मत विचार जय मथुरा, जग तारण को अवतार बनायो। जपियो जिन अर्जन देव गुरु, फिर संकट जौन गर्भ न आयो। सुकहाऊ टल गुर सेविय, अहनिस सहज सुभाए। दर्शन परसिय गुरु का, जन्म मरण दुख जाए। वाहिगुरु साहिब जी, पैरों महला पंजवा। सतगुर मेरा बेमोहताज, सतगुर मेरा सच्चा साज। सतगुर मेरा बेमोहताज, सतगुर मेरा सच्चा साज। सतगुर मेरा सबस का दाता, सतगुर मेरा पुरख विदाता। गुर जैसा नाहि को देवा, जिस मस्तक पाग सुलभ सेवा। रहा सतगुर मेरा सर्ब प्रतिपाल, सतगुर मेरा मार जीवाल। सतगुर मेरे की वड्याई, प्रगट पई है सबने थाई। सतगुर मेरा ताण निताण, सतगुर मेरा कार दीवान। सतगुर का हाँ सद बल जाया, प्रगट मार्ग जिन कार दिखलाया। जिन गुर सेविया तिस पाऊ न व्यापै, जिन गुर सेविया तिसा दुख न संताप। नानक सोध
ਸਿਮਰਤ ਵੇਦ ਪਰ ਬ੍ਰਹਮ ਗੁਰ ਨਾਹੀ ਭੇਦ। ਨਾਨਕ ਸੋਧੇ ਸਿਮਰਤ ਵੇਦ ਪਰ ਬ੍ਰਹਮ ਗੁਰ ਨਾਹੀ ਭੇਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗਿਓ, ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਉਪਦੇਸ਼ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ, ਜੋ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸ਼ਬਦ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਦੀ ਸੇਵਾ ਵਾਸਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਤੇਜਪਾਲ ਸਿੰਘ ਜੀ ਕੁਰੂਕਸ਼ੇਤਰ ਵਾਲੇ, ਉਹ ਆਪ ਜੀ ਨੂੰ ਗੁਰੂ ਸ਼ਬਦ ਦੀ ਪਾਵਨ ਵਿਚਾਰ ਸਰਵਣ ਕਰਾਉਣਗੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿੰਨਾਂ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ 'ਤੇ ਜੋ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਵਾਸਤੇ ਜਥਾ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ, ਸਤਿਗੁਰਾਂ ਦੇ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨੇ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜੋ 30 ਸਤੰਬਰ ਤੋਂ ਪਹਿਲਾਂ 4 ਫੋਟੋਆਂ ਪਾਸਪੋਰਟ ਸਾਈਜ਼ ਅਤੇ ਆਪਣਾ ਪਾਸਪੋਰਟ ID ਪ੍ਰੂਫ ਵਜੋਂ ਆਧਾਰ ਕਾਰਡ ਦੀ ਫੋਟੋ ਕਾਪੀ, ਵੋਟਰ ਕਾਰਡ ਦੀ ਫੋਟੋ ਕਾਪੀ ਔਰ ਨਾਲ 200 ਰੁਪਈਆ ਦਫ਼ਤਰ ਵਿਖੇ 30 ਸਤੰਬਰ ਤੋਂ ਪਹਿਲਾਂ ਜਮ੍ਹਾਂ ਕਰਵਾਓ। ਔਰ ਜਿਨ੍ਹਾਂ ਵੀ ਪ੍ਰੇਮੀਆਂ ਨੇ ਇਹ ਦਰਸ਼ਨਾਂ ਵਾਸਤੇ ਜਾਣਾ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਯਾਤਰੀ ਮੂਲ ਨਿਵਾਸੀ ਦਿੱਲੀ ਦਾ ਹੋਣਾ ਚਾਹੀਦਾ ਹੈ। ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜਥਾ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਨੇ ਦਰਸ਼ਨ ਕਰਨੇ ਉਹ ਇਸ ਸਮੇਂ ਦਾ ਲਾਹਾ ਪ੍ਰਾਪਤ ਕਰਕੇ ਸਤਿਗੁਰਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਬਣਾਓ ਜੀ। ਆਓ ਅਗਲੇ ਸਮੇਂ ਵਾਸਤੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ
हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंधप मेरा सखा सखाए। कहाँ बुद्ध प्रभ तुच्छ हमारी, बरन सकह महिमा जो तुहारी। हम ना सकत कर सिफत तुम्हारी, आप ले हो तुम कथा सुधारी। परम सन्मानयोग जुगहो जुग अटल, चवर छतर तख्तां दे मालक, वालिए कुल आलम शब्दा अवतार सतगुरु साहिब। धन धन साहिब श्री गुरु ग्रंथ साहिब महाराज सच्चे पातशाह जियां दी पावन पवित्र अते निੱਘੀ गोद दा आनंद माण रहे। धन धन साहिब श्री गुरु हरकृष्ण महाराज सच्चे पातशाह जी दे पावन पवित्र स्थान ते हाजरियां भरदे होए ਅਤੇ ਟੀਵੀ ਇੰਟਰਨੈਟ ਮਾਧਿਅਮ ਰਾਹੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਹੋਏ ਸਮੂਹੀ ਗੁਰਮੁਖ ਪਿਆਰੇ ਸਤ ਸੰਗੀ ਜਨੋ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਅੰਮ੍ਰਿਤਮਈ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸ਼ਰਵਨ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਪਾਵਨ ਸ਼ਬਦ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸ਼ਰਵਨ ਕੀਤਾ ਹੈ। ਆਓ ਜੋ ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਜੀ ਉਪਦੇਸ਼ ਸਵਰੂਪ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਸਤਿਗੁਰਾਂ ਦੁਆਰਾ ਬਖਸ਼ੀ ਹੋਈ ਮਤ ਬੁੱਧ ਦੇ ਦੁਆਰਾ ਤਿਸ ਦੀ ਵਿਚਾਰ ਦੇ ਨਾਲ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਸ਼ਰਵਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੈਰਾਓ ਮਹੱਲਾ ਪੰਜਵਾਂ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਭੈਰਵ ਰਾਗ ਦੇ ਦੁਆਰਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਵਾਲੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਪਰਮੇਸ਼ਵਰ ਦੇ ਨਾਲ ਅਭੇਦਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਦੇ ਨਾਲ ਨਾਲ ਸਤਿਗੁਰੂ ਜੀ ਨੇ ਵੱਡੇ ਸਤਿਗੁਰਾਂ ਦੀ ਵਡਿਆਈ ਸੋਭਾ ਉਸਤਤ ਕਥਨ ਕੀਤੀ ਹੈ। ਇਹ ਸਾਰਾ ਸ਼ਬਦ ਸਤਿਗੁਰ ਦੀ ਵਡਿਆਈ ਦੇ ਵਿੱਚ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਗੁਰ ਜੈਸਾ ਨਾਹੀ ਕੋ ਦੇਵ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਸ ਪਾਵਨ ਸ਼ਬਦ ਦੇ ਦੁਆਰਾ।
ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਸਤਿਗੁਰ ਮੇਰਾ ਬੇਮੁਹਤਾਜ। ਇੱਕ ਇੱਕ ਸ਼ਬਦ ਬੜਾ ਕੀਮਤੀ ਹੈ। ਇੱਕ ਇੱਕ ਸ਼ਬਦ ਨੂੰ ਅਸੀਂ ਆਪਣੇ ਜ਼ਿਹਨ ਤੱਕ ਲੈ ਕੇ ਜਾਣਾ ਹੈ, ਆਪਣੇ ਹਿਰਦੇ ਦੇ ਵਿੱਚ ਸੰਜੋਣਾ ਹੈ, ਤਾਂ ਹੀ ਸਾਡੇ ਜੀਵਨ ਦੇ ਅੰਦਰ ਸਤਿਗੁਰ ਜੀ ਦੀ ਬਰਕਤ, ਸਤਿਗੁਰ ਦੀ ਵਡਿਆਈ, ਸਤਿਗੁਰ ਦੀ ਬਖਸ਼ਿਸ਼ ਜੋ ਹੈ ਉਹ ਵਿਆਪ ਸਕਦੀ ਹੈ। ਬੇਮੁਹਤਾਜ ਦਾ ਅਰਥ ਹੁੰਦਾ ਹੈ ਕਿਸੇ ਦੀ ਮੁਹਤਾਜੀ ਕਰਨੀ, ਚਾਪਲੂਸੀ ਕਰਨੀ, ਕਿਸੇ ਦੀ ਅਧੀਨਗੀ ਕਰਨੀ। ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਸਤਿਗੁਰ ਹੈ, ਵੱਡੇ ਸਤਿਗੁਰਾਂ ਦੀ ਵਡਿਆਈ ਕਰਦੇ ਹੋਏ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ, ਸਤਿਗੁਰਾਂ ਨੇ ਬਾਣੀ ਦੇ ਅੰਦਰ ਥਾਏ ਪਰ ਥਾਏ ਗੁਰੂ ਦੀ ਉਪਮਾ ਵਡਿਆਈ ਬਖਸ਼ਿਸ਼ ਕੀਤੀ ਹੈ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਜੋ ਵਰਤਮਾਨ ਸਮਾਂ ਹੈ, ਜਿਸ ਨੂੰ ਅਸੀਂ ਕਲਯੁਗ ਦੇ ਨਾਮ ਨਾਲ ਜਾਣਦੇ ਹਾਂ, ਇਹ ਗੁਰੂ ਨਾਨਕ ਸਾਹਿਬ ਦਾ ਸਮਾਂ ਹੈ। ਇਹ ਗੁਰੂ ਨਾਨਕ ਸਾਹਿਬ ਦੀ ਪ੍ਰਭਤਾ ਦਾ ਸਮਾਂ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਰਾਜ ਹੈ ਸ੍ਰਿਸ਼ਟੀ ਦੇ ਉੱਤੇ। ਭੱਟ ਸਾਹਿਬਾਨ ਆਪਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਸਤਿਗੁਰ ਰਾਜ ਅਬਚਲ ਅਟਲ। ਧਿਆਨ ਦਿਓ, ਅੱਜ ਵੀ ਮਨੁੱਖਤਾ ਜੋ ਹੈ ਉਹ ਜਗ੍ਹਾ ਜਗ੍ਹਾ ਤੇ ਥਾਏ ਪਰ ਥਾਏ ਭਟਕ ਰਹੀ ਹੈ। ਮਨੁੱਖਤਾ ਜੋ ਹੈ, ਅੱਜ ਦਾ ਮਨੁੱਖ ਵੀ ਜੋ ਹੈ ਉਹ ਕਨਫਿਊਜ਼ ਹੈ ਕਿ ਮੈਂ ਕਿਸ ਦੀ ਢੋਈ ਲਵਾਂ, ਕਿਸ ਦੀ ਆਸ ਤੱਕਾਂ, ਕਿਸ ਦਾ ਆਸਰਾ ਲਵਾਂ। ਪਰ ਸਤਿਗੁਰਾਂ ਨੇ ਬਾਣੀ ਦੇ ਅੰਦਰ ਇਹ ਸਪਸ਼ਟ ਕਰਕੇ ਦੱਸ ਦਿੱਤਾ ਹੈ, ਭੱਟ ਸਾਹਿਬਾਨ ਨੇ ਵੀ ਆਪਣੇ ਸ਼ਬਦਾਂ ਦੇ ਦੁਆਰਾ ਇਹ ਸਪਸ਼ਟ ਕਰ ਦਿੱਤਾ ਕਿ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ RAM ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਹਿ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਤੇ ਅੱਗੇ ਭੱਟ ਸਾਹਿਬਾਨ ਕਹਿੰਦੇ ਹਨ, ਸਤਿਗੁਰ ਰਾਜ ਅਬੇਚਲ ਅਟਲ। ਗੁਰੂ ਨਾਨਕ ਸਾਹਿਬ ਜੀ ਦਾ ਜੋ ਰਾਜ ਹੈ, ਸੱਤਾ ਹੈ, ਜੋ ਹੁਕਮ ਹੈ, ਉਹ ਅਬਚਲ ਹੈ। ਹੁਣ ਚੱਲਣ ਤੋਂ ਰਹਿਤ ਹੈ, ਭਾਵ ਜਾਏਗਾ ਨਹੀਂ। ਸਤਿਗੁਰ ਰਾਜ ਅਬਚਲ ਅਟਲ, ਆਦ ਪੁਰਖ ਫੁਰਮਾਇਓ। ਆਦ ਪੁਰਖ ਪਰਮੇਸ਼ਵਰ ਨੇ ਇਹ ਫਰਮਾਇਆ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਰਾਜ ਹੁਣ ਸਦਾ ਕਾਇਮ ਰਹਿਣ ਵਾਲਾ ਹੈ। ਪਰਮੇਸ਼ਵਰ ਦਾ ਰਾਜ ਹੈ, ਗੁਰੂ ਨਾਨਕ ਸਾਹਿਬ ਜੀ ਦਾ ਰਾਜ ਪਰਮੇਸ਼ਵਰ ਦਾ ਰਾਜ ਹੈ। ਇਸ ਕਰਕੇ ਬਾਣੀ ਦੀ ਪ੍ਰਾਰੰਭਤਾ ਦੇ ਵਿੱਚ ਸਤਿਗੁਰਾਂ ਨੇ ਇਸ ਸਿਧਾਂਤ ਨੂੰ ਸਪਸ਼ਟ ਕਰਦੇ ਹੋਏ ਲਿਖਿਆ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸਤਿਗੁਰੂ ਦਾ ਰਾਜ, ਸ਼ਬਦ ਗੁਰੂ ਦਾ ਰਾਜ ਜੋ ਹੈ ਹੁਣ ਰਹਿੰਦੀ ਦੁਨੀਆ ਤੱਕ, ਜਦੋਂ ਤੱਕ ਸੂਰਜ ਚੰਦਰਮਾ ਤਾਰੇ ਇਹ ਸ੍ਰਿਸ਼ਟੀ ਹੈ, ਹੁਣ ਸ਼ਬਦ ਦਾ ਰਾਜ ਰਹੇਗਾ। ਇਸ ਗੱਲ ਨੂੰ ਜਿੰਨੀ ਜਲਦੀ ਅਸੀਂ ਸਮਝ ਲਵਾਂਗੇ, ਓਨਾ ਜ਼ਿਆਦਾ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸੁਭਾਵਕ ਹੀ ਹੈ। ਸੋ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਸਤਿਗੁਰ ਮੇਰਾ ਬੇਮੁਹਤਾਜ। ਸਤਿਗੁਰੂ ਨੂੰ ਕਿਸੇ ਦੀ ਮੁਹਤਾਜਗੀ ਨਹੀਂ ਹੈ, ਸਤਿਗੁਰੂ ਨੂੰ ਕਿਸੇ ਦੀ ਗੁਲਾਮੀ ਨਹੀਂ ਹੈ, ਸਤਿਗੁਰ ਨੂੰ ਕਿਸੇ ਦੀ ਚਾਪਲੂਸੀ ਕਰਨ ਦੀ, ਕਿਸੇ ਦੀ ਖੁਸ਼ਾਮਦ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੁਤੰਤਰ ਹਨ। ਸ਼ਬਦ ਗੁਰੂ ਸੁਤੰਤਰ ਹਨ, ਉਹਨਾਂ ਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਉਹਨਾਂ ਤੋਂ ਬਾਅਦ, ਸ਼ਬਦ ਗੁਰੂ ਤੋਂ ਬਾਅਦ ਪਰਮੇਸ਼ਵਰ ਹੀ ਹੈ। ਸ਼ਬਦ ਗੁਰੂ ਗਿਆਨ ਹੈ, ਗਿਆਨ ਦਾ ਸਾਗਰ ਹੈ। ਗੁਰੂ ਨਾਨਕ ਗਿਆਨ ਸਵਰੂਪ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜੋਤ ਰੂਪ ਨਿਰੰਕਾਰ ਜੋ ਹੈ, ਜੋਤ ਦਾ ਅਰਥ ਹੁੰਦਾ ਹੈ ਪ੍ਰਕਾਸ਼, ਤੇ ਪ੍ਰਕਾਸ਼ ਤੋਂ ਭਾਵ ਹੁੰਦਾ ਹੈ ਗਿਆਨ। ਪ੍ਰਕਾਸ਼ ਦੇ ਦੁਆਰਾ ਸਾਨੂੰ ਗਿਆਨ ਭਾਸਦਾ ਹੈ ਜਾਂ ਗਿਆਨ ਹੁੰਦਾ ਹੈ। ਸੋ ਗੁਰੂ ਨਾਨਕ ਸਾਹਿਬ ਗਿਆਨ ਸਵਰੂਪ ਹਨ। ਪਰ ਜਿੱਥੇ ਗੁਰੂ ਗਿਆਨ ਹੈ, ਉਸ ਤੋਂ ਪਹਿਲਾਂ ਗੁਰੂ ਮੂਰਤ ਸਵਰੂਪ ਹੈ, ਸ਼ਵਰੂਪ ਹੈ।
ਜਿਵੇਂ ਸਤਿਗੁਰਾਂ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸੰਸਾਰ ਦੇ ਅੰਦਰ ਅੱਜ ਇੱਕ ਇਹ ਵੀ ਵਿਚਾਰਧਾਰਾ ਚੱਲਦੀ ਹੈ ਕਿ ਗਿਆਨ ਹੀ ਗੁਰੂ ਹੈ। ਧਿਆਨ ਦਿਓ, ਗਿਆਨ ਬਾਅਦ ਵਿੱਚ ਹੁੰਦਾ ਹੈ, ਪਹਿਲਾਂ ਸਵਰੂਪ ਹੈ। ਸ਼ਬਦ ਦਾ ਇੱਕ ਆਪਣਾ ਸਵਰੂਪ ਹੁੰਦਾ ਹੈ, ਹਰ ਇੱਕ ਸ਼ਬਦ ਦਾ ਇੱਕ ਸਵਰੂਪ ਹੈ। ਜਿਵੇਂ ਸਤਿਗੁਰਾਂ ਨੇ ਪੰਕਤੀ ਬਖਸ਼ਿਸ਼ ਕੀਤੀ ਹੈ ਨਾ, ਸਤਿਗੁਰ ਮੇਰਾ ਬੇਮੁਹਤਾਜ, ਇਸ ਪੰਕਤੀ ਦਾ ਇੱਕ ਸਵਰੂਪ ਹੈ, ਇੱਕ ਬੰਤਰ ਹੈ। ਸਵਰੂਪ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਤੇ ਗਿਆਨ ਤੋਂ ਪਹਿਲਾਂ ਧਿਆਨ ਦਾ ਹੋਣਾ ਬੜਾ ਜ਼ਰੂਰੀ ਹੈ, ਜਿਹਨੂੰ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਧਿਆਨ, ਧਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਅਗਰ ਸਵਰੂਪ ਸਾਹਮਣੇ ਹੈ ਪਰ ਧਿਆਨ ਸਵਰੂਪ ਵਿੱਚ ਨਹੀਂ ਹੈ ਤੇ ਉਹਦੇ ਤੋਂ ਗਿਆਨ ਕੀ ਹੋਵੇਗਾ? ਨਹੀਂ ਹੋ ਸਕਦਾ। ਸਿੱਧਾ ਸਿੱਧਾ ਸਧਾਰਨ ਜਿਹਾ ਐਗਜ਼ਾਮਪਲ ਦੇ ਕੇ, ਉਦਾਹਰਣ ਦੇ ਕੇ ਮੈਂ ਆਪ ਜੀ ਨੂੰ ਹੋਰ ਥੋੜਾ ਜਿਹਾ ਇਸ ਨੂੰ ਖੋਲ ਲਈਏ। ਮੰਨ ਲਓ ਇੱਕ ਮਨੁੱਖ ਸੜਕ ਦੇ ਉੱਤੇ ਆਪਣੀ ਗੱਡੀ ਡਰਾਈਵ ਕਰ ਰਿਹਾ ਹੈ, ਤੇ ਆਪਣੀ ਗੱਡੀ ਡਰਾਈਵ ਕਰਦੇ ਹੋਏ ਤੁਸੀਂ ਦੇਖਿਆ ਹੈ ਰੋਡ ਦੇ ਉੱਤੇ ਮਾਈਲਸਟੋਨ ਲੱਗੇ ਹੁੰਦੇ ਹਨ, ਤੇ ਉਸ ਮਾਈਲਸਟੋਨ ਦੇ ਉੱਤੇ ਲਿਖਿਆ ਹੁੰਦਾ ਹੈ ਵੀ ਅੱਗੇ ਮੋੜ ਹੈ। ਹੁਣ ਜੀ ਉਸ ਚਿੰਨ੍ਹ ਦੇ ਉੱਤੇ, ਉਸ ਲਿਖੇ ਹੋਏ ਪੱਥਰ ਦੇ ਉੱਤੇ ਉਹਦਾ ਧਿਆਨ ਨਹੀਂ ਗਿਆ ਉਸ ਸ਼ਬਦ ਦੇ ਵੱਲ, ਉਸ ਇਸ਼ਾਰੇ ਦੇ ਵੱਲ, ਤੇ ਅੱਗੇ ਜਾ ਕੇ ਉਹ ਮਨੁੱਖ ਜੋ ਹੈ ਭਟਕ ਸਕਦਾ ਹੈ, ਦੁਰਘਟਨਾ ਹੋ ਸਕਦੀ ਹੈ। ਇਸ ਕਰਕੇ ਜਦੋਂ ਅਸੀਂ ਕਿਸੇ ਸ਼ਬਦ ਨੂੰ ਦੇਖਦੇ ਹਾਂ ਤੇ ਉਹਦਾ ਸਵਰੂਪ ਹੁੰਦਾ ਹੈ, ਤੇ ਉਸ ਸਵਰੂਪ ਦੇ ਵਿੱਚ ਸਾਡਾ ਧਿਆਨ ਹੁੰਦਾ ਹੈ। ਜੇ ਧਿਆਨ ਨਹੀਂ ਹੈ ਤੇ ਗਿਆਨ ਨਹੀਂ ਹੈ, ਧਿਆਨ ਦੇ ਨਾਲ ਗਿਆਨ ਹੋਣਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸਵਰੂਪ ਹੈ, ਬਾਣੀ ਦਾ ਸਵਰੂਪ ਹੈ। ਇੱਕ ਓੰਕਾਰ ਦਾ ਇੱਕ ਆਪਣਾ ਸਵਰੂਪ ਹੈ, ਗੁਰੂ ਦਾ ਇੱਕ ਸਵਰੂਪ ਹੈ, ਤੇ ਉਸ ਗੁਰੂ ਦੇ ਉਸ ਸਵਰੂਪ ਦੇ ਨਾਲ ਸਾਡਾ ਧਿਆਨ, ਸਾਡੀ ਕੌਂਸੀਅਸ ਦਾ ਹੋਣਾ ਬੜਾ ਜ਼ਰੂਰੀ ਹੈ। ਭਾਈ ਸਾਹਿਬ ਜੀ ਕੀਰਤਨ ਕਰਕੇ ਗਏ ਹਨ, ਭਾਈ ਸਾਹਿਬ ਜੀ ਨੇ ਬਾਣੀ ਦਾ ਪਾਠ ਕੀਤਾ ਹੈ। ਸ਼ਾਇਦ ਆਪ ਜੀ ਦੇ ਵਿੱਚੋਂ ਬਹੁਤ ਸਾਰੇ ਗੁਰਮੁਖਾਂ ਦਾ ਧਿਆਨ ਨਾ ਹੋਵੇ, ਤੇ ਉਹਨਾਂ ਨੂੰ ਪੁੱਛਿਆ ਜਾਏ ਵੀ ਭਾਈ ਸਾਹਿਬ ਜੀ ਨੇ ਕਿਹੜਾ ਸ਼ਬਦ ਪੜਿਆ, ਤੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਨਹੀਂ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਧਿਆਨ ਬਹੁਤ ਕੀਮਤੀ ਹੈ। ਧਿਆਨ ਤੋਂ ਬਾਅਦ ਗਿਆਨ ਦੀ ਅਵਸਥਾ ਆਉਂਦੀ ਹੈ। ਸੋ ਸਭ ਤੋਂ ਪਹਿਲਾਂ ਗੁਰੂ ਸਵਰੂਪ ਹੈ, ਗੁਰੂ ਮੂਰਤ ਹੈ। ਉਸ ਤੋਂ ਬਾਅਦ ਸਾਡੀ ਕੌਂਸੀਅਸ ਕੰਮ ਕਰਦੀ ਹੈ। ਉਸ ਤੋਂ ਬਾਅਦ ਫਿਰ ਗਿਆਨ ਹੁੰਦਾ ਹੈ। ਗਿਆਨ ਤੇ ਦੁਨੀਆ ਤੇ ਸੰਸਾਰ ਦੇ ਵਿੱਚ ਹੋਰ ਵੀ ਕਿਤਾਬਾਂ ਦੇ ਵਿੱਚ ਬਹੁਤ ਹੈ, ਗਿਆਨ ਦੀ ਸੰਸਾਰ ਦੇ ਵਿੱਚ ਘਾਟ ਨਹੀਂ ਹੈ। ਪਰ ਇਹ ਜੋ ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਇਹ ਸਿਰਫ ਅਤੇ ਸਿਰਫ ਇੱਕ ਵਿਗਿਆਨਕ ਤੱਥ ਨਹੀਂ ਹੈ। ਗਿਆਨ ਦੀ ਜਦੋਂ ਗੱਲ ਆਉਂਦੀ ਹੈ ਨਾ, ਤੇ ਫਿਰ ਮਨੁੱਖ ਹੋਰ ਥੋੜਾ ਜਿਹਾ ਵਿਚਲਿਤ ਹੋ ਜਾਂਦਾ ਹੈ। ਉਹ ਵਿਗਿਆਨ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਪੜਚੋਲ ਕਰਨੀ ਚਾਹੁੰਦਾ ਹੈ। ਵਿਗਿਆਨ ਕੀ ਕਹਿੰਦਾ ਹੈ? ਦੋ ਸ਼ਬਦ ਵਿਗਿਆਨ ਦੇ ਵਿੱਚ ਬੜੇ ਕੀਮਤੀ ਹਨ, ਕਿਉਂ ਤੇ ਕਿਵੇਂ। ਜਦੋਂ ਕਿਉਂ ਤੇ ਕਿਵੇਂ ਜਦੋਂ ਤੱਕ ਵਿਗਿਆਨਕ ਦੇ ਮਨ ਦੇ ਵਿੱਚ ਟਿਕਿਆ ਹੋਇਆ ਹੈ, ਕਿਉਂ ਹੈ ਕਿਵੇਂ ਹੈ, ਤੇ ਉਹ ਖੋਜ ਕਰਦਾ ਜਾਂਦਾ ਹੈ। ਅੱਗੇ ਤੋਂ ਅੱਗੇ ਵਿਗਿਆਨ ਚੱਲਦਾ ਜਾਂਦਾ ਹੈ। ਕਿਉਂ ਕਿਵੇਂ, ਇਹ ਸ਼ੰਕਾ ਕਹਿ ਸਕਦੇ ਹਾਂ, ਇਸ ਨੂੰ ਤਰਕ ਕਹਿ ਸਕਦੇ ਹਾਂ। ਇੱਕ ਵਿਗਿਆਨਕ ਦੀ ਖੋਜ ਕਿਉਂ ਤੇ ਕਿਵੇਂ ਤੇ ਖੜੀ ਹੈ, ਪਰ ਇੱਕ ਗੁਰਮੁਖ ਦੀ ਖੋਜ, ਇੱਕ ਭਗਤ ਦੀ ਖੋਜ ਕਿਉਂ ਤੇ ਕਿਵੇਂ ਤੇ ਨਹੀਂ ਚੱਲਦੀ। ਇੱਕ ਗੁਰਮੁਖ ਦੀ ਖੋਜ ਚੱਲਦੀ ਹੈ ਆਤਮ ਸਮਰਪਣ ਤੇ, ਸਤ ਬਚਨ ਤੇ। ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਲਹਿਣਾ ਜੀ ਨੂੰ ਜਦੋਂ ਹੁਕਮ ਕੀਤਾ, ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿਵੇਂ ਤੇ ਕਿਉਂ, ਉਹਨਾਂ ਨੇ ਕਿਹਾ ਸਤ ਬਚਨ। ਸਤ ਬਚਨ। ਭਗਤ ਨਾਮਦੇਵ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ। ਭਗਤ ਨਾਮਦੇਵ ਜੀ ਨੇ ਕਿਹਾ ਹੈ, ਤਰਕ ਨਾ ਚਾਹ ਭ੍ਰਮੀਆਂ ਚਾਹ। ਤਰਕ ਨਹੀਂ ਚੰਗਾ, ਤਰਕ ਨਾ ਕਰ, ਭਰਮ ਨੂੰ ਚੱਕ। ਆਪਣੇ ਅੰਦਰੋਂ ਸਤ ਬਚਨ ਕਹਿ, ਜੋ ਗੁਰ ਕਹੈ ਸੋਈ ਭਲ ਮੰਨਹੁ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ, ਗੁਰ ਸਿੱਖੋ। ਤਰਕ ਦੀ ਤੇ ਕੋਈ ਗੁੰਜਾਇਸ਼ ਹੀ ਨਹੀਂ ਹੈ।
ਕਿਉਂ ਤੇ ਕਿਵੇਂ ਤੇ ਉੱਠਦਾ ਹੀ ਨਹੀਂ ਹੈ। ਇੱਕ ਗੁਰਮੁਖ ਦੇ ਹਿਰਦੇ ਵਿੱਚ ਕਿਉਂ ਤੇ ਕਿਵੇਂ ਇਹ ਦੋ ਸ਼ਬਦ ਨਹੀਂ ਉੱਠ ਸਕਦੇ। ਇੱਕ ਤਰਕਵਾਦੀ ਦੇ ਮਨ ਵਿੱਚ ਮਤ ਵਿੱਚ ਇਹ ਸ਼ਬਦ ਆ ਸਕਦੇ ਹਨ, ਆਹ ਕਿਵੇਂ ਹੋ ਸਕਦਾ ਹੈ, ਉਹ ਕਿਵੇਂ ਹੋ ਸਕਦਾ। ਬਾਣੀ ਦੇ ਵਿੱਚ ਕਈ ਐਸੇ ਸ਼ਬਦ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਪੜ੍ਹ ਕੇ ਤਰਕਵਾਦੀ ਹਿਰਦਾ ਕਹਿੰਦਾ ਹੈ ਕਿਵੇਂ, ਕਿਉਂ, ਪਰ ਗੁਰਮੁਖ ਕਹਿੰਦਾ ਹੈ ਸਤ ਬਚਨ। ਸਤਿਗੁਰਾਂ ਨੇ ਬਾਣੀ ਦੇ ਅੰਦਰ ਇਹ ਸ਼ਬਦ ਵਰਤਿਆ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰ ਸਿੱਖਹੁ। ਦੋ ਵਾਰੀ ਸ਼ਬਦ ਸਤ ਵਰਤਿਆ ਹੈ। ਇੱਕ ਵਾਰ ਵੀ ਸਤਿਗੁਰ ਜੀ ਕਹਿ ਸਕਦੇ ਸਨ, ਪਰ ਸਤਿਗੁਰ ਜੀ ਨੇ ਦ੍ਰਿੜ ਕਰਕੇ ਸਮਝਾ ਦਿੱਤਾ ਕਿ ਗੁਰੂ ਦੀ ਬਾਣੀ ਦੇ ਉੱਤੇ ਤਰਕ ਨਹੀਂ, ਸਤ ਬਚਨ। ਜੇ ਅੱਜ ਸਾਨੂੰ ਸਮਝ ਨਹੀਂ ਨਾ ਆ ਰਹੀ ਕਿਸੇ ਸ਼ਬਦ ਦੀ, ਤੇ ਇਹਦਾ ਭਾਵ ਇਹ ਨਹੀਂ ਹੈ ਕਿ ਬਾਣੀ ਦੇ ਵਿੱਚ ਕੋਈ ਊਣਤਾਈ ਹੈ। ਇਹਦਾ ਭਾਵ ਹੈ ਕਿ ਅੱਜ ਸਾਡੀ ਅਵਸਥਾ ਉਹ ਨਹੀਂ ਹੈ। ਸੰਪੂਰਨਤਾ ਸਾਡੇ ਵਿੱਚ ਹੋਣੀ ਹੈ। ਗੁਰੂ ਪੂਰਾ ਹੈ, ਗੁਰੂ ਸੰਪੂਰਨ ਹੈ। ਅਸੀਂ ਆਪਣੀ ਅਵਸਥਾ ਨੂੰ ਇੰਪਰੂਵ ਕਰਨਾ ਹੈ, ਉੱਤੇ ਲੈ ਕੇ ਜਾਣਾ ਹੈ, ਅੱਗੇ ਲੈ ਕੇ ਜਾਣਾ ਹੈ। ਇਹ ਤਾਂ ਹੀ ਹੋ ਸਕਦੀ ਹੈ। ਭਗਤੀ ਦੇ ਅੰਦਰ, ਜੀਵਨ ਦੇ ਅੰਦਰ ਸ਼ਰਧਾ ਅਤੇ ਭਾਵਨਾ ਦੇ ਨਾਲ ਨਾਲ ਪ੍ਰੇਮ ਦਾ ਹੋਣਾ ਬੜਾ ਜ਼ਰੂਰੀ ਹੈ। ਇਸੇ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਸ਼ਬਦ ਅਸੀਂ ਪੜ੍ਹਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰੂ ਜੀ ਨੇ ਕੀ ਕਿਹਾ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਕਲਗੀਧਰ ਦੇ ਬਚਨ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਵਰਗਾ ਵਿਅਕਤਿਤਵ ਸੰਸਾਰ ਦੇ ਵਿੱਚ ਕੋਈ ਦੂਸਰਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਵਰਗੀ ਸ਼ਖਸੀਅਤ ਸੰਸਾਰ ਦੇ ਵਿੱਚ ਕੋਈ ਦੂਸਰੀ ਨਹੀਂ ਹੈ। ਪਰ ਇਹ ਉਹਨਾਂ ਨੂੰ ਅਹਿਸਾਸ ਹੈ ਜਿਨ੍ਹਾਂ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਦਾ, ਉਪਦੇਸ਼ ਦਾ, ਪ੍ਰੇਮ ਦਾ ਆਨੰਦ ਮਾਣਿਆ ਹੈ। ਜਿਹੜੇ ਗੁਰੂ ਦੇ ਉੱਤੇ ਸ਼ੰਕਾ ਕਰਦੇ ਹਨ, ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਕਿੱਥੇ? ਗੁਰੂ ਦੇ ਉੱਤੇ ਪ੍ਰੇਮ, ਸ਼ਰਧਾ ਤੇ ਅਕੀਦਾ ਹੀ ਗੁਰਮੁਖ ਨੂੰ ਜੀਵਨ ਦੇ ਵਿੱਚ ਉੱਚਾ ਲੈ ਕੇ ਜਾਂਦਾ ਹੈ, ਅੱਗੇ ਲੈ ਕੇ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਿਹਾ, ਸਾਚ ਕਹੋ ਸੁਨ ਲੇਹੋ ਸਭੈ। ਭਾਈ ਸਾਰੇ ਸੁਣ ਲਓ। ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰਨਾ ਹੈ, ਜਿਨ੍ਹਾਂ ਨੇ ਪਰਮੇਸ਼ਵਰ ਦੀ ਅਭੇਦਤਾ ਨੂੰ ਮੰਨਣਾ ਹੈ, ਸਮਝਣਾ ਹੈ, ਜਾਣਨਾ ਹੈ, ਉਹਨਾਂ ਦੇ ਵਾਸਤੇ ਸ਼ਰਤ ਹੈ ਪ੍ਰੇਮ ਦੀ। ਤੇ ਪ੍ਰੇਮ ਸ਼ਬਦ ਜੋ ਹੈ, ਉਹਦਾ ਜੋ ਅਖਰੀ ਅਰਥ ਜੇ ਅਸੀਂ ਕਰੀਏ, ਵਿਦਵਾਨਾਂ ਨੇ ਕੀਤਾ ਹੈ ਪਰੇ ਮੈਂ ਪਰੇ ਹੋ ਗਈ। ਜਿਹਨੂੰ ਭਗਤ ਰਵਿਦਾਸ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਮੈਂ ਪਰੇ ਹੁੰਦੀ ਹੈ ਉਦੋਂ ਪ੍ਰੇਮ ਬਣਦਾ ਹੈ। ਜਦੋਂ ਤੱਕ ਮੈਂ ਖੜੀ ਹੈ ਉਦੋਂ ਤੱਕ ਸਵਾਰਥ ਹੋ ਸਕਦਾ ਹੈ, ਵਾਸ਼ਨਾਵਾਂ ਹੋ ਸਕਦੀਆਂ ਹਨ, ਪ੍ਰੇਮ ਨਹੀਂ ਹੋ ਸਕਦਾ। ਪ੍ਰੇਮ ਦਾ ਅਰਥ ਹੈ ਮੈਂ ਦਾ ਪਰੇ ਹੋ ਜਾਣਾ, ਹੰਗਤਾ ਦਾ, ਸਵੈਗਤ ਦਾ ਮਿਟ ਜਾਣਾ ਪ੍ਰੇਮ ਦਾ ਵਾਚਕ ਹੈ। ਸੋ ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਸਤਿਗੁਰ ਮੇਰਾ ਬੇਮੁਹਤਾਜ। ਗੁਰੂ ਬਹੁਤ ਵੱਡੀ ਹਸਤੀ ਹੈ। ਗੁਰੂ ਨਾਨਕ ਸਾਹਿਬ ਬਹੁਤ ਵੱਡੀ ਹਸਤੀ ਦੇ ਮਾਲਕ ਹਨ, ਸ਼ਖਸੀਅਤ ਦੇ ਮਾਲਕ ਹਨ। ਜਿਉਂ-ਜਿਉਂ ਮਨੁੱਖ ਗੁਰੂ ਦੀ ਹਸਤੀ ਨੂੰ, ਸ਼ਖਸੀਅਤ ਨੂੰ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਸਿਧਾਂਤ ਦੇ ਦੁਆਰਾ ਵਾਚਦਾ ਹੈ ਤੇ ਆਪੇ ਹੀ ਮੁਖੋਂ ਨਿਕਲਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਗੁਰੂ ਦੇ ਉਪਦੇਸ਼ ਨੂੰ ਵਾਚਦੇ ਹਾਂ, ਗੁਰੂ ਦੇ ਸਿਧਾਂਤ ਨੂੰ ਪਰਖਦੇ ਹਾਂ, ਜੋ ਸਿਧਾਂਤ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਦੁਆਰਾ ਬਖਸ਼ਿਸ਼ ਕੀਤਾ ਹੈ, ਪਰਮੇਸ਼ਵਰ ਨੇ ਸੰਸਾਰ ਨੂੰ ਬਖਸ਼ਿਸ਼ ਕੀਤਾ ਹੈ, ਸੰਸਾਰ ਦੇ ਉੱਤੇ ਕਿਤੇ ਹੋਰ ਨਹੀਂ ਹੈ। ਇਹ ਜੋ ਵਾਹਿਗੁਰੂ ਸ਼ਬਦ ਹੈ ਨਾ, ਇਹ ਵਿਸਮਾਦ ਹੈ। ਤੇ ਗੁਰੂ ਵਿਸਮਾਦ ਦਾ ਵਿਸ਼ਾ ਹੈ, ਆਨੰਦ ਦਾ ਵਿਸ਼ਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਅਵਸਥਾ ਹੀ ਹੋਰ ਹੈ।
ਇਹ ਗਿਆਨੀ ਦੀ ਅਵਸਥਾ ਨਹੀਂ ਹੈ, ਵਿਗਿਆਨਕ ਦੀ ਅਵਸਥਾ ਨਹੀਂ ਹੈ, ਇਹ ਭਗਤ ਦੀ ਅਵਸਥਾ ਹੈ। ਗੁਰਮੁਖ ਦੀ ਅਵਸਥਾ ਭਗਤ ਦੀ ਅਵਸਥਾ ਹੈ। ਭਗਤੀ ਸੰਯੁਕਤ ਗਿਆਨ, ਸਰਦਾ ਸੰਯੁਕਤ ਗਿਆਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜੀਹ ਕਿਆ ਬਖਾਨੈ। ਸਤਿਗੁਰੂ ਨਾਨਕ ਪਾਤਸ਼ਾਹ ਭਗਤੀ ਦਾ ਸਵਰੂਪ ਹਨ। ਗੁਰੂ ਅਰਜਨ ਦੇਵ ਮਹਾਰਾਜ ਭਗਤੀ ਦਾ ਸਵਰੂਪ ਹਨ, ਭਗਤੀ ਦਾ ਸੋਮਾ ਹਨ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਭਗਤੀ ਦਾ ਸਵਰੂਪ ਹਨ। ਗੁਰਬਾਣੀ ਸਾਨੂੰ ਭਗਤੀ ਦਾ ਉਪਦੇਸ਼ ਦਿੰਦੀ ਹੈ। ਭੱਬਾ ਹੈ ਭਾਉ ਪ੍ਰੇਮ, ਤਤਾ ਹੈ ਤਿਆਗ ਤੇ ਗੱਗਾ ਹੈ ਗਿਆਨ। ਗਿਆਨ ਸੰਯੁਕਤ ਤਿਆਗ ਹੋਣਾ ਚਾਹੀਦਾ ਹੈ। ਤਿਆਗ ਵੀ ਦੋ ਤਰ੍ਹਾਂ ਦਾ ਹੈ। ਬਿਨਾਂ ਗਿਆਨ ਤੋਂ ਤਿਆਗ ਜੋ ਕਰਨਾ ਹੈ ਉਹ ਵੀ ਭਟਕਾਵ ਹੈ ਜ਼ਿੰਦਗੀ ਦਾ। ਪਰ ਗਿਆਨ ਸੰਯੁਕਤ, ਜਿਸ ਨੂੰ ਸਤਿਗੁਰਾਂ ਨੇ ਬਾਣੀ ਅੰਦਰ ਬਖਸ਼ਿਸ਼ ਕੀਤੀ ਹੈ, ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ। ਗਿਆਨ ਸੰਯੁਕਤ ਤਿਆਗ, ਗਿਆਨ ਦੇ ਦੁਆਰਾ ਸੰਸਾਰ ਦਾ ਤਿਆਗ ਗੁਰਮੁਖ ਵੀ ਕਰਦਾ ਹੈ, ਪਰ ਗੁਰਮੁਖ ਦਾ ਤਿਆਗ ਜੋ ਹੈ ਗਿਆਨ ਸੰਯੁਕਤ ਹੈ। ਉਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ, ਪਦਾਰਥ ਦੇ ਵਿੱਚ ਰਹਿੰਦਾ ਹੋਇਆ, ਪਦਾਰਥ ਤੋਂ ਨਿਰਲੇਪ ਹੈ। ਗੁਰਮਤ ਦੇ ਅੰਦਰ ਮਨੁੱਖ ਨੂੰ ਰਾਜ ਭਾਗ ਛੱਡਣ ਦੀ ਜ਼ਰੂਰਤ ਨਹੀਂ ਹੈ, ਪਰਿਵਾਰ ਤਿਆਗਣ ਦੀ ਜ਼ਰੂਰਤ ਨਹੀਂ ਹੈ, ਰੁਤਬਾ ਤਿਆਗਣ ਦੀ ਜ਼ਰੂਰਤ ਨਹੀਂ ਹੈ, ਧਨ ਤਿਆਗਣ ਦੀ ਜ਼ਰੂਰਤ ਨਹੀਂ ਹੈ, ਘਰ-ਬਾਰ ਤਿਆਗਣ ਦੀ ਜ਼ਰੂਰਤ ਨਹੀਂ ਹੈ। ਤਿਆਗਣਾ ਹੈ ਤੇ ਮਨ ਦੇ ਵਿੱਚ ਜੋ ਬਣੀ ਹੋਈ ਪਕੜ ਹੈ ਉਸ ਨੂੰ ਤਿਆਗਣਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ ਉਹ ਭਗਤੀ ਭਾਉ ਸੰਯੁਕਤ ਗਿਆਨ ਹੈ। ਗੁਰੂ ਨਾਨਕ ਦੇ ਘਰ ਗੁਰਮੁਖਤਾਈ ਦੀ, ਗੁਰਮਤ ਦੀ ਜੋ ਸ਼ੁਰੂਆਤ ਹੈ ਪ੍ਰੇਮ ਤੋਂ ਹੁੰਦੀ ਹੈ, ਭਾਵਨਾ ਤੋਂ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਬੇਮੁਹਤਾਜ। ਗੁਰੂ ਸਾਹਿਬ ਨੂੰ ਕਿਸੇ ਦੀ ਮੁਹਤਾਜਗੀ ਨਹੀਂ ਹੈ। ਗੁਰੂ ਸਾਹਿਬ ਜੀ ਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਪਰਮੇਸ਼ਰ ਤੋਂ ਬਾਅਦ ਜੇ ਕਿਸੇ ਦੀ ਅਵਸਥਾ ਹੈ, ਸਵਰੂਪ ਹੈ ਤੇ ਗੁਰੂ ਹੈ। ਗੁਰ ਜੈਸਾ ਨਾਹੀ ਕੋ ਦੇਵ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਹਨ। ਸਤਿਗੁਰ ਮੇਰੇ ਸੱਚਾ ਸਾਜ। ਸਾਜ ਤੋਂ ਅਰਥ ਹੈ ਸਜਾਇਆ ਹੋਇਆ ਜਾਂ ਸਜਿਆ ਹੋਇਆ ਜਾਂ ਸੰਯੁਕਤ। ਸਤਿਗੁਰ ਮੇਰੇ ਸੱਚਾ ਸਾਜ। ਸੱਚਾ ਸਾਜ ਤੋਂ ਭਾਵ ਹੈ ਗੁਰੂ ਦਾ ਜੋ ਸਵਰੂਪ ਹੈ ਉਹ ਸੱਤ ਹੈ। ਗੁਰੂ ਦੀਆਂ ਜੋ ਬਖਸ਼ਿਸ਼ਾਂ ਹਨ ਉਹ ਸੱਚ ਹਨ। ਗੁਰੂ ਦਾ ਜੋ ਸ਼ਬਦ ਹੈ ਉਹ ਸੱਤ ਹੈ। ਉਹ ਤ੍ਰੈਕਾਲ ਰਹਿਣ ਵਾਲਾ ਹੈ, ਮਿਟੇਗਾ ਨਹੀਂ। ਸਤਿਗੁਰ ਦਾ ਸਾਜ ਤੋਂ ਭਾਵ ਹੈ ਸੰਯੁਕਤ। ਜਿਵੇਂ ਇੱਕ ਮਨੁੱਖ ਦੇ ਕੋਲ ਉਹਦਾ ਘਰ ਹੁੰਦਾ ਹੈ, ਉਹਦਾ ਰਾਜ ਹੁੰਦਾ ਹੈ, ਜਾਇਦਾਦਾਂ ਹੁੰਦੀਆਂ ਹਨ, ਉਹ ਸਭ ਮਿਟਣ ਵਾਲੀਆਂ ਹਨ। ਪਰ ਗੁਰੂ ਦਾ ਸਭ ਕੁਝ ਜੋ ਹੈ, ਜੋ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਸੱਚਾ ਆਪ, ਸੱਚਾ ਦਰਬਾਰ। ਉਹ ਆਪ ਵੀ ਸਤ ਸਵਰੂਪ ਹੈ ਤੇ ਉਹਦਾ ਦਰ ਵੀ ਸਤ ਸਵਰੂਪ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਸਤਿਗੁਰ ਮੇਰਾ ਸਬਸ ਕਾ ਦਾਤਾ। ਇੱਕ ਇੱਕ ਪੰਕਤੀ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਸਤਿਗੁਰਾਂ ਦੀ ਵਡਿਆਈ ਬਖਸ਼ਿਸ਼ ਕਰ ਰਹੇ ਹਨ, ਉੱਥੇ ਪਰਮੇਸ਼ਵਰ ਦੀ ਅਭੇਦਤਾ ਦਾ ਗਿਆਨ ਉਪਦੇਸ਼ ਬਖਸ਼ਦੇ ਹੋਏ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਤਿਗੁਰ ਮੇਰਾ ਸਬਸ ਕਾ ਦਾਤਾ। ਸਾਰਿਆਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਸਤਿਗੁਰ। ਗੁਰ ਪਰਮੇਸ਼ਵਰ ਏਕੋ ਜਾਣ। ਗੁਰੂ ਤੇ ਪਰਮੇਸ਼ਵਰ ਦੇ ਵਿੱਚ ਕੋਈ ਭੇਦ ਨਹੀਂ ਹੈ। ਸਾਰਿਆਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਪਰਮੇਸ਼ਵਰ ਹੈ ਤੇ ਗੁਰੂ ਪਰਮੇਸ਼ਵਰ ਦਾ ਸਵਰੂਪ ਹੈ। ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਮੇਰਾ ਸਬਸ ਕਾ ਦਾਤਾ।
ਹੁਣ ਤਰਕਵਾਦੀ ਮਨੁੱਖ ਸੋਚ ਸਕਦਾ ਹੈ ਵੀ ਇੱਕ ਪਾਸੇ ਅਸੀਂ ਪਰਮੇਸ਼ਵਰ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਸਤਿਗੁਰ ਨੂੰ ਸਭ ਤੋਂ ਵੱਡਾ ਦਾਤਾ ਕਹਿ ਰਹੇ ਹਾਂ। ਸਤਿਗੁਰ ਹੀ ਪਰਮੇਸ਼ਵਰ ਦਾ ਸਰੂਪ ਹੈ, ਸਤਿਗੁਰ ਹੀ ਪਰਮੇਸ਼ਵਰ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸ਼ਬਦ ਹੀ ਪਰਮੇਸ਼ਵਰ ਹੈ, ਸ਼ਬਦ ਹੀ ਗੁਰੂ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਜਿੰਨਾ ਵੀ ਪਸਾਰਾ ਹੈ ਸ਼ਬਦ ਦੇ ਉੱਤੇ ਆਸਰਿਤ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਸ਼ਬਦ ਦੇ ਦੁਆਰਾ ਪਰਮੇਸ਼ਵਰ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ। ਸ਼ਬਦ ਪਰਮੇਸ਼ਵਰ ਤੋਂ ਵੱਖ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਸਬਸ ਕਾ ਦਾਤਾ। ਸਾਰੀਆਂ ਦਾਤਾਂ ਦੇਣ ਵਾਲਾ ਗੁਰੂ ਹੈ। ਸਾਰੀਆਂ ਦਾਤਾਂ ਸਤਿਗੁਰ ਦੇ ਹੱਥ ਵਿੱਚ ਹਨ। ਜਿਤਨੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ। ਸਤਿਗੁਰੂ ਦੇ ਕੋਲ ਉਹ ਸਾਰੇ ਫਲ ਹਨ, ਸਾਰੀਆਂ ਬਖਸ਼ਿਸ਼ਾਂ ਹਨ ਜਿਨ੍ਹਾਂ ਦੀ ਸਾਨੂੰ ਸਾਡੇ ਜੀਵਨ ਦੇ ਵਿੱਚ ਜ਼ਰੂਰਤ ਪੈਣ ਵਾਲੀ ਹੈ। ਜਿਨ੍ਹਾਂ ਵੀ ਵਸਤੂਆਂ ਦੀ ਸਾਨੂੰ ਸਾਡੇ ਜੀਵਨ ਵਿੱਚ ਜ਼ਰੂਰਤ ਹੈ ਅਸੀਂ ਗੁਰੂ ਤੋਂ ਮੰਗੀਏ ਤੇ ਸਤਿਗੁਰ ਸਾਡੀ ਝੋਲੀ ਵਿੱਚ ਉਹ ਸਾਰੀਆਂ ਬਖਸ਼ਿਸ਼ਾਂ ਪਾਉਂਦੇ ਹਨ। ਤੇ ਗੁਰੂ ਦੇ ਕੋਲੋਂ ਮੰਗਣ ਦੀ ਇਹ ਵੀ ਵਡਿਆਈ ਹੈ ਵੀ ਸਤਿਗੁਰ ਦੇ ਕੋਲੋਂ ਮੰਗਣ ਦੇ ਵਿੱਚ ਸਾਨੂੰ ਕਿਸੇ ਤੋਂ ਉਲਾਮਾ ਵੀ ਨਹੀਂ ਆਵੇਗਾ, ਕਿਉਂਕਿ ਗੁਰੂ ਪਰਮੇਸ਼ਵਰ ਹੈ ਤੇ ਮਨੁੱਖ ਪਰਮੇਸ਼ਵਰ ਦੀ ਸੰਤਾਨ ਹੈ। ਆਪਣੇ ਪਿਤਾ ਦੇ ਕੋਲੋਂ ਜਦੋਂ ਬੱਚਾ ਕੋਈ ਚੀਜ਼ ਮੰਗਦਾ ਹੈ ਤੇ ਉਹਦੇ ਤੇ ਉਹਦਾ ਹੱਕ ਹੁੰਦਾ ਹੈ। ਗਵਾਂਢੀ ਦੇ ਕੋਲੋਂ, ਪੜੋਸੀ ਦੇ ਕੋਲੋਂ, ਕਿਸੇ ਰਿਸ਼ਤੇਦਾਰ ਦੇ ਕੋਲੋਂ ਜਦੋਂ ਮੰਗਦੇ ਹਾਂ ਤੇ ਉਹਦੇ ਵਿੱਚ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਜਾਂ ਉਲਾਮਾ ਆ ਸਕਦਾ ਹੈ। ਪਰ ਗੁਰੂ ਦੇ ਕੋਲੋਂ ਮੰਗਣ ਦੇ ਵਿੱਚ, ਪਰਮਾਤਮਾ ਦੇ ਕੋਲੋਂ ਮੰਗਣ ਦੇ ਵਿੱਚ ਸਾਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ। ਸਤਿਗੁਰ ਮੇਰਾ ਪੁਰਖ ਵਿਧਾਤਾ। ਜੋ ਮੇਰਾ ਸਤਿਗੁਰ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਨ। ਸਤਿਗੁਰ ਮੇਰਾ ਪੁਰਖ, ਪੁਰਖ ਦਾ ਅਰਥ ਹੁੰਦਾ ਹੈ ਪੂਰਿਆ ਹੋਇਆ। ਸ਼ਬਦ ਸਾਰੀ ਸ੍ਰਿਸ਼ਟੀ ਦੇ ਵਿੱਚ ਪੂਰਿਆ ਹੋਇਆ ਹੈ। ਹਰ ਇੱਕ ਦੇ ਵਨਸਪਤੀ ਦੇ ਵਿੱਚ ਵੀ ਜੋ ਬਦਲਾਵ ਹੈ ਸ਼ਬਦ ਕਰਕੇ ਹੈ। ਵਨਸਪਤੀ ਦੇ ਉੱਤੇ ਵੀ ਸ਼ਬਦ ਦਾ ਅਸਰ ਹੁੰਦਾ ਹੈ। ਸ਼ਬਦ ਜੋ ਹੈ ਪੂਰਿਆ ਹੋਇਆ ਹੈ ਹਰ ਇੱਕ ਦੇ ਵਿੱਚ। ਸ੍ਰਿਸ਼ਟੀ ਦੇ ਵਿੱਚ ਸ਼ਬਦ ਜੋ ਹੈ ਉਹ ਵਿਦਿਆਮਾਨ ਹੈ। ਸ਼ਬਦ ਕਿਸੇ ਤੋਂ ਵੀ ਵੱਖ ਨਹੀਂ ਹੈ। ਜੜ ਚੇਤਨ ਦੇ ਵਿੱਚ ਸ਼ਬਦ ਦੀ ਜੋ ਹੈ ਉਹ ਉਪਸਥਿਤੀ ਹੈ। ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ। ਇੱਕ ਪੱਥਰ ਵੀ ਉਦੋਂ ਤੱਕ ਪੱਥਰ ਹੈ ਜਦੋਂ ਤੱਕ ਉਹਦੇ ਸ਼ਬਦ ਹੈ, ਜਦੋਂ ਤੱਕ ਉਹਦੇ ਵਿੱਚ ਉਹ ਜੋਤ ਹੈ, ਨਹੀਂ ਤੇ ਪੱਥਰ ਵੀ ਮਿੱਟੀ ਹੋ ਜਾਂਦਾ ਹੈ। ਇਸ ਕਰਕੇ ਇਹ ਸੰਸਾਰ ਉਦੋਂ ਤੱਕ ਹੀ ਸੰਸਾਰ ਹੈ ਜਦੋਂ ਤੱਕ ਇਹਦੇ ਵਿੱਚ ਸ਼ਬਦ ਹੈ, ਜਦੋਂ ਤੱਕ ਇਹਦੇ ਵਿੱਚ ਪਰਮੇਸ਼ਵਰ ਦੀ ਉਹ ਤਾਕਤ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਪੁਰਖ, ਉਹ ਸਾਰਿਆਂ ਵਿੱਚ ਪੂਰਿਆ ਹੋਇਆ ਹੈ। ਵਿਧਾਤਾ, ਸਾਰਿਆਂ ਨੂੰ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੋ ਫਲ ਬਖਸ਼ਿਸ਼ ਕਰਦਾ ਹੈ, ਇਹ ਵੀ ਤਾਕਤ ਸਤਿਗੁਰ ਦੇ ਹੱਥ ਵਿੱਚ ਹੈ। ਵਿਧਾਤਾ ਦਾ ਅਰਥ ਹੈ ਵਿਦ। ਵਿਦ ਦਾ ਅਰਥ ਹੁੰਦਾ ਹੈ ਜੋ ਸਾਡਾ ਲੇਖ ਹੈ। ਲੇਖਾਂ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਸਾਡੀ ਪ੍ਰਾਰਬਧ ਮਿਲਦੀ ਹੈ। ਇਹ ਵੀ ਤਾਕਤ ਸਤਿਗੁਰ ਦੇ ਹੱਥ ਵਿੱਚ ਹੈ। ਵਿਧਾਤਾ ਸਤਿਗੁਰ, ਜਿਵੇਂ ਕਿਸੇ ਵੱਡੀ ਪਦਵੀ ਦੇ ਉੱਤੇ ਕੋਈ ਮਨੁੱਖ ਹੁੰਦਾ ਹੈ, ਜਿਵੇਂ ਅਸੀਂ ਸਿੱਧੇ ਸਿੱਧੇ ਸ਼ਬਦਾਂ ਵਿੱਚ ਸਮਝਣਾ ਹੋਵੇ ਤੇ ਮੰਨ ਲਓ ਪੁਲਿਸ ਦੀ ਵਿੱਚ ਇੱਕ ਸਿਪਾਹੀ ਹੁੰਦਾ ਹੈ, ਫਿਰ ਉਸ ਤੋਂ ਉੱਤੇ ਹੌਲਦਾਰ ਹੁੰਦਾ ਹੈ, ਫਿਰ ASI ਹੁੰਦਾ ਹੈ, ਫਿਰ ਇੰਸਪੈਕਟਰ ਹੁੰਦਾ ਹੈ, ਵੱਡੇ ਤੋਂ ਵੱਡਾ, ਫਿਰ ਜਿਹੜਾ ਉਹਦੇ ਵਿੱਚ ਸਭ ਤੋਂ ਵੱਡਾ ਆਫੀਸਰ ਹੈ ਉਹਦੇ ਵਿੱਚ ਉਹ ਸਾਰੇ ਸਮਾ ਜਾਂਦੇ ਹਨ। ਸਿਪਾਹੀ ਤੋਂ ਲੈ ਕੇ ਸਾਰੀਆਂ ਤਾਕਤਾਂ ਉਹਦੇ ਹੱਥ ਵਿੱਚ ਹੁੰਦੀਆਂ ਹਨ। ਇਸੇ ਤਰ੍ਹਾਂ ਗੁਰੂ ਦੇ ਹੱਥ ਵਿੱਚ ਸਾਰੀਆਂ ਤਾਕਤਾਂ ਹਨ, ਸਾਰੀਆਂ ਪਾਵਰਾਂ ਹਨ। ਗੁਰੂ ਜੋ ਚਾਹੇ ਉਹ ਕਰ ਸਕਦਾ ਹੈ, ਕਰਵਾ ਸਕਦਾ ਹੈ। ਗੁਰੂ ਦਾ ਹੁਕਮ ਕੋਈ ਮੋੜ ਨਹੀਂ ਸਕਦਾ। ਕਿਸੇ ਤਾਕਤ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਪਰਮੇਸ਼ਵਰ ਤੋਂ ਬਾਅਦ ਬਈ ਉਹ ਸਤਿਗੁਰ ਦੇ, ਪਰਮੇਸ਼ਵਰ ਦੇ ਹੁਕਮ ਨੂੰ ਟਾਲ ਸਕੇ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਪੁਰਖ ਵਿਧਾਤਾ। ਜੋ ਵਿਦ, ਜੋ ਲੇਖ ਹੈ, ਉਸ ਨੂੰ ਲਿਖਣ ਵਾਲਾ,
ਉਸ ਨੂੰ ਮੇਟਣ ਵਾਲਾ, ਉਸ ਨੂੰ ਦੁਬਾਰਾ ਲਿਖਣ ਵਾਲਾ ਵੀ ਗੁਰੂ ਹੈ। ਇੰਨੀ ਤਾਕਤ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਸਤਿਗੁਰ ਦੀ ਬਾਣੀ ਦਾ ਉਪਦੇਸ਼ ਹੈ ਨਾ, ਬਾਣੀ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ, ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾਰ ਨੇ ਲੇਖ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ। ਪਰ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਵਡਿਆਈ ਗੁਰੂ ਨੂੰ ਆਪ ਪਰਮੇਸ਼ਵਰ ਨੇ ਦਿੱਤੀ ਹੈ ਵੀ ਗੁਰੂ ਲੇਖ ਬਦਲ ਸਕਦਾ ਹੈ। ਗੁਰੂ ਲੇਖ ਬਦਲ ਸਕਦਾ ਹੈ। ਲੇਖ ਬਦਲੇ ਹਨ ਸਤਿਗੁਰ ਨੇ। ਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਪੁਰਖ ਵਿਧਾਤਾ। ਅੱਗੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਗੁਰ ਜੈਸਾ ਨਾਹੀ ਕੋ ਦੇਵ। ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼, ਤੇ ਪ੍ਰਕਾਸ਼ ਤੋਂ ਅਸੀਂ ਭਾਵ ਲੈਂਦੇ ਹਾਂ ਗਿਆਨ। ਗੁਰੂ ਜੈਸਾ ਗਿਆਨ ਕਿਤੇ ਵੀ ਨਹੀਂ ਹੈ। ਜਿਸ ਗਿਆਨ ਦੀ ਮਨੁੱਖਾ ਜੀਵਨ ਨੂੰ ਜ਼ਰੂਰਤ ਹੈ ਉਹ ਗਿਆਨ ਸਤਿਗੁਰ ਜੀ ਦੇ ਕੋਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗਿਆਨ ਦਾ ਸਰੂਪ ਹਨ ਜਿਸ ਦੀ ਸਾਰੀ ਕਾਇਨਾਤ ਨੂੰ ਜ਼ਰੂਰਤ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਸਾਰੀ ਸ੍ਰਿਸ਼ਟੀ ਦੀ ਕਲਿਆਣ ਕਰਨ ਦੇ ਵਿੱਚ ਸਤਿਗੁਰੂ ਸਮਰੱਥ ਹਨ। ਦੇਵ ਦਾ ਅਰਥ ਹੁੰਦਾ ਹੈ ਕਲਿਆਣਕਾਰੀ। ਗੁਰੂ ਵਰਗਾ ਕੋਈ ਦੂਸਰਾ ਕਲਿਆਣਕਾਰੀ ਨਹੀਂ ਹੈ। ਦੇਵ ਦਾ ਅਰਥ ਹੁੰਦਾ ਹੈ ਕਲਿਆਣਕਾਰੀ। ਜੋ ਕਲਿਆਣਕਾਰੀ ਹੈ ਉਹ ਦੇਵਤਾ ਹੈ, ਜੋ ਵਿਨਾਸ਼ਕਾਰੀ ਹੈ ਉਹ ਦੈਂਤ ਹੈ। ਦੇਖਣ ਦੇ ਵਿੱਚ ਤੇ ਰਾਵਣ ਤੇ ਰਾਮਚੰਦਰ ਦੇ ਵਿੱਚ ਕੋਈ ਅੰਤਰ ਨਹੀਂ ਹੈ, ਇੱਕੋ ਜਿਹਾ ਸਰੀਰ ਹੈ, ਪਰ ਉਹ ਵਿਨਾਸ਼ਕਾਰੀ ਹੈ। ਇਸ ਕਰਕੇ ਉਸ ਨੂੰ ਦੈਂਤ ਕਿਹਾ ਗਿਆ, ਰਾਖਸ਼ ਕਿਹਾ ਗਿਆ। ਜੋ ਕਲਿਆਣਕਾਰੀ ਹੈ ਉਸ ਨੂੰ ਦੇਵਤਾ ਕਿਹਾ ਗਿਆ ਹੈ। ਇਸੇ ਤਰ੍ਹਾਂ ਸਤਿਗੁਰ ਨੇ ਬਾਣੀ ਅੰਦਰ ਬਖਸ਼ਿਸ਼ ਕੀਤੀ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਇਹ ਸਾਰੇ ਸਾਡੇ ਵਾਸਤੇ ਕਲਿਆਣਕਾਰੀ ਹਨ। ਇਸ ਕਰਕੇ ਇਹਨਾਂ ਨੂੰ ਦੇਵ ਕਿਹਾ ਹੈ, ਦੇਵ ਕਿਹਾ, ਦੇਵਤਾ ਕਿਹਾ ਹੈ। ਜਿੰਨੇ ਵੀ ਪਦਾਰਥ ਹਨ, ਜੋ ਵੀ ਮਨੁੱਖ ਦੇ ਵਾਸਤੇ ਕਲਿਆਣਕਾਰੀ ਹੈ, ਮਨੁੱਖਤਾ ਦੇ ਵਾਸਤੇ ਕਲਿਆਣਕਾਰੀ ਹੈ, ਸ੍ਰਿਸ਼ਟੀ ਦੇ ਵਾਸਤੇ ਕਲਿਆਣਕਾਰੀ ਹੈ, ਉਹ ਦੇਵ ਹੈ। ਪਰ ਕਈ ਵਾਰੀ ਦੇਵ ਨੂੰ ਦੈਂਤ ਹੁੰਦੇ ਤੁਸੀਂ ਦੇਖਿਆ ਹੋਵੇਗਾ। ਅੱਗ ਹੈ, ਅਗਰ ਚੁੱਲ੍ਹੇ ਵਿੱਚ ਬਲਦੀ ਹੈ ਤੇ ਦੇਵ ਹੈ। ਅਗਰ ਉਹੀ ਅੱਗ ਘਰ ਨੂੰ ਲੱਗ ਜਾਏ, ਘਰ ਸਾੜ ਦੇਵੇ, ਤੇ ਉਹ ਦੈਂਤ ਦਾ ਰੂਪ ਧਾਰਨ ਕਰ ਲੈਂਦੀ ਹੈ। ਪਰ ਗੁਰੂ ਵਰਗਾ ਕੋਈ ਦੇਵ ਨਹੀਂ ਹੈ, ਕਿਉਂਕਿ ਗੁਰੂ ਸਦਾ ਹੀ ਕਲਿਆਣਕਾਰੀ ਹੈ। ਗੁਰੂ ਹਮੇਸ਼ਾ ਦੇ ਵਾਸਤੇ ਕਲਿਆਣਕਾਰੀ ਹੈ, ਸਾਰੀ ਮਨੁੱਖਤਾ ਦੇ ਵਾਸਤੇ ਕਲਿਆਣਕਾਰੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਗੁਰ ਜੈਸਾ ਨਾਹੀ ਕੋ ਦੇਵ। ਬਲਿਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਜਦੋਂ ਦੇਵਤੇ ਸ਼ਬਦ ਆਉਂਦਾ ਹੈ ਨਾ, ਤੇ ਕਈ ਸਾਡੇ ਸਿੰਘਾਂ ਨੂੰ ਵੀ ਅੱਜ ਕੱਲ੍ਹ ਬੜੀ ਅਲਰਜੀ ਜੀ ਹੋ ਜਾਂਦੀ ਹੈ ਵੀ ਇਹ ਤੇ ਸਨਾਤਨ ਮੱਤ ਦੇ ਜੋ ਦੇਵਤੇ ਹਨ ਉਹਨਾਂ ਵੱਲ ਨੂੰ ਚਲੀ ਗਈ ਹੈ ਗੱਲ। ਪਰ ਦੇਵਤੇ ਦਾ ਅਰਥ ਹੈ ਕਲਿਆਣਕਾਰੀ ਤੇ ਗਿਆਨ ਸੰਯੁਕਤ ਹੋਣਾ। ਗੁਰੂ ਸਾਹਿਬ ਜੀ ਨੇ ਆਪਣੀ ਸਿੱਖਾਂ ਦੇ ਉੱਤੇ, ਸਮਾਜ ਦੇ ਉੱਤੇ ਉਹ ਬਖਸ਼ਿਸ਼ ਕੀਤੀ ਹੈ ਜਿਸ ਨੇ ਮਨੁੱਖਤਾ ਦਾ ਜੀਵਨ ਜੋ ਹੈ ਉਹ ਸਾਰਿਆਂ ਦੇ ਵਾਸਤੇ ਕਲਿਆਣਕਾਰੀ ਬਣਾਇਆ ਹੈ ਤੇ ਗਿਆਨ ਸੰਯੁਕਤ ਬਣਾਇਆ ਹੈ। ਅੱਜ ਗੁਰੂ ਦਾ ਸਿੱਖ ਜਾਣਦਾ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਿਹੜਾ ਗੁਰਮੁਖ ਪਿਆਰਾ ਗੁਰੂ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਨਾਲ ਜੁੜਿਆ ਹੋਇਆ ਹੈ, ਕਲਗੀਧਰ ਦਸ਼ਮੇਸ਼ ਪਿਤਾ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਦੇਵਤਾ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈ, ਕਿਉਂਕਿ ਉਹ ਮਨੁੱਖਤਾ ਦੇ ਵਾਸਤੇ ਕਲਿਆਣਕਾਰੀ ਹੈ। ਉਹ ਸੱਚ ਨੂੰ ਜਾਣਦਾ ਹੈ, ਉਹ ਜੀਵਨ ਦੀ ਸੱਚਾਈ ਨੂੰ ਸਮਝਦਾ ਹੈ, ਉਸ ਨੂੰ ਜੀਵਨ ਦੀ ਸਮਝ ਆ ਗਈ। ਇਸ ਕਰਕੇ ਅਸੀਂ ਕਹਿੰਦੇ ਹਾਂ, ਬਲਿਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਨਾਨਕ ਦਾ ਚਲਾਇਆ ਹੋਇਆ ਪੰਥ ਸਾਰੀ ਮਨੁੱਖਤਾ ਦੇ ਵਾਸਤੇ ਕਲਿਆਣਕਾਰੀ ਹੈ।
ਦੇਖੋ, ਜਿੱਥੇ ਵੀ ਸੰਸਾਰ ਦੇ ਉੱਤੇ ਕੋਈ ਵਿਪਤਾ ਆਉਂਦੀ ਹੈ, ਕੋਈ ਭੀੜ ਆਉਂਦੀ ਹੈ, ਗੁਰੂ ਨਾਨਕ ਦਾ ਸਿੱਖ ਆਪਣੀ ਸਮਰੱਥਾ ਨਾਲੋਂ ਵੱਧ ਕੇ ਉੱਥੇ ਜਾ ਕੇ ਮਨੁੱਖਤਾ ਦੀ ਮਦਦ ਕਰਦਾ ਹੈ, ਸਹਾਇਕ ਹੁੰਦਾ ਹੈ। ਉਹ ਇਹ ਨਹੀਂ ਦੇਖਦਾ ਇਹ ਕਿਸ ਕਮਿਊਨਿਟੀ ਦਾ ਹੈ, ਇਹ ਕਿਸ ਸਮਾਜ ਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਡਾ ਹਿਰਦਾ ਹੀ ਐਸਾ ਬਣਾ ਦਿੱਤਾ ਹੈ। ਭਾਵੇਂ ਸਮਾਜ ਦੇ ਵੱਲੋਂ ਸਿੱਖ ਦੇ ਉੱਤੇ ਲੱਖ ਤਸ਼ੱਦਦ ਹੋਇਆ ਹੋਵੇ, ਪਰ ਸਿੱਖ ਜਦੋਂ ਉਹਦੇ ਤੇ ਦਇਆ ਕਰਦਾ ਹੈ, ਸਹਿਯੋਗ ਕਰਦਾ ਹੈ, ਤੇ ਉਹਦੇ ਔਗਣ ਨਹੀਂ ਦੇਖਦਾ। ਇਹ ਸਾਡੇ ਸਤਿਗੁਰ ਦੀ ਵਡਿਆਈ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਬਖਸ਼ਿਸ਼ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਗੁਰ ਜੈਸਾ ਨਾਹੀ ਕੋ ਦੇਵ। ਕਲਿਆਣਕਾਰੀ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਕੋਈ ਦੂਸਰਾ। ਗਿਆਨ ਦਾ ਸਰੂਪ ਨਹੀਂ ਹੈ ਕੋਈ ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ। ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਿਹਦੇ ਮਸਤਕ ਦੇ ਉੱਤੇ ਭਾਗ ਲੇਖ ਲਿਖਿਆ ਹੈ ਧੁਰ ਦਰਗਾਹੋਂ, ਉਹ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਮਾ ਸਕਦਾ ਹੈ ਜਾਂ ਕਮਾ ਰਿਹਾ ਹੈ। ਪਰ ਜਿਵੇਂ ਮੈਂ ਪਹਿਲਾਂ ਆਪ ਜੀ ਦੇ ਨਾਲ ਬੇਨਤੀ ਕੀਤੀ, ਸਤਿਗੁਰੂ ਲੇਖ ਬਦਲ ਸਕਦੇ ਹਨ, ਸਤਿਗੁਰੂ ਭਾਗ ਬਦਲ ਸਕਦੇ ਹਨ। ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰੂ ਭਾਗ ਬਦਲ ਦਿੰਦੇ ਹਨ। ਸਤਿਗੁਰੂ ਜੀ ਦੇ ਦਰ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਇਹ ਜੋ ਬਖਸ਼ਿਸ਼ ਕੀਤੀ ਹੈ, ਅੱਜ ਆਪ ਜੀ ਦੇ ਸਨਮੁਖ ਬੈਠ ਕਰਕੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ ਜੋ ਵਿਚਾਰ ਕਰਨ ਦਾ ਸੁਭਾਗ ਹੈ, ਜੋ ਜੇ ਆਪਣੇ ਜੀਵਨ ਦੇ ਵਿੱਚ ਪਿਛੇ ਨੂੰ ਝਾਤ ਮਾਰੀਏ ਤੇ ਇਸ ਗੱਲ ਦਾ ਅਹਿਸਾਸ ਹੈ ਵੀ ਇਹ ਜੋ ਹੈ ਭਾਗਾਂ ਦੇ ਵਿੱਚ ਨਹੀਂ ਸੀ। ਧਿਆਨ ਦਿਓ, ਜੋ ਦਾਸ ਦੇ ਨਾਲ ਪਰਸਨਲ ਤੌਰ ਤੇ ਵਿਅਕਤੀਗਤ ਤੌਰ ਤੇ ਜੁੜੇ ਹੋਏ ਵੀਰ ਹਨ, ਸਾਖ ਸੰਬੰਧੀ ਸੱਜਣ ਮਿੱਤਰ ਹਨ, ਉਹ ਇਸ ਗੱਲ ਨੂੰ ਜਾਣਦੇ ਹਨ ਕਿ ਜਨਮ ਤੋਂ ਇਹ ਸੁਭਾਗ ਪ੍ਰਾਪਤ ਨਹੀਂ ਸੀ ਹੋਇਆ, ਪਰ ਕਿਸੇ ਪੁੱਜੇ ਹੋਏ ਜੀਵਨ ਦੇ ਵੱਲੋਂ ਕੀਤੇ ਹੋਏ ਬਚਨਾਂ ਕਰਕੇ ਤੇ ਗੁਰੂ ਦੇ ਦਰ ਤੇ ਕੀਤੀਆਂ ਹੋਈਆਂ ਅਰਦਾਸਾਂ ਨੇ ਇੱਥੋਂ ਤੱਕ ਪਹੁੰਚਾ ਦਿੱਤਾ ਹੈ। ਇਸ ਕਰਕੇ ਇਹ ਗੱਲ ਮੈਂ ਆਪ ਜੀ ਦੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਜੇ ਸਾਡੇ ਭਾਗਾਂ ਦੇ ਵਿੱਚ ਕੋਈ ਵਸਤੂ, ਕੋਈ ਰੁਤਬਾ, ਕੋਈ ਅਵਸਥਾ ਨਹੀਂ ਹੈ ਤੇ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜਿਵੇਂ ਮਾਤਾ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੰਤਾਨ ਦੀ ਜਾਚਨਾ ਕੀਤੀ ਸੀ ਤੇ ਸਤਿਗੁਰ ਨੇ ਕਿਹਾ, ਮਾਤਾ ਤੇਰੇ ਭਾਗਾਂ ਵਿੱਚ ਨਹੀਂ ਹੈ, ਸੰਤਾਨ ਤੇਰੇ ਭਾਗਾਂ ਵਿੱਚ ਨਹੀਂ ਹੈ। ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਯੁਕਤੀ ਬਖਸ਼ਿਸ਼ ਕੀਤੀ, ਕਹਿਣ ਲੱਗੇ, ਮਾਤਾ ਤੂੰ ਭੋਲੀ ਹੈ, ਤੂੰ ਸਤਿਗੁਰ ਨੂੰ ਕਹਿਣਾ ਸੀ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਤੇ ਮਾਤਾ ਨੇ ਜਦੋਂ ਉਸ ਯੁਕਤੀ ਦੇ ਨਾਲ ਸਤਿਗੁਰ ਦੇ ਸਾਹਮਣੇ ਬਚਨ ਕੀਤਾ ਤੇ ਉਸ ਮਾਤਾ ਨੂੰ ਸਤਿਗੁਰ ਨੇ 7 ਬੱਚਿਆਂ ਦੀ, ਸਪੁੱਤਰਾਂ ਦੀ, ਸੰਤਾਨ ਦੀ ਬਖਸ਼ਿਸ਼ ਕੀਤੀ ਹੈ। ਤਰੀਕਾ ਹੋਣਾ ਚਾਹੀਦਾ ਹੈ ਗੁਰੂ ਤੋਂ ਦਾਤ ਲੈਣ ਦਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜੇ ਭਾਗਾਂ ਵਿੱਚ ਇਹ ਬਖਸ਼ਿਸ਼ ਆਈ ਨਹੀਂ ਹੈ ਤੇ ਗੁਰੂ ਤੋਂ ਲੈ ਸਕਦੇ ਹਾਂ, ਗੁਰੂ ਬਖਸ਼ਿਸ਼ ਕਰਦੇ ਹਨ। ਰਹਾਓ, ਵਿਸ਼ਰਾਮ ਦੇ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਤਿਗੁਰ ਮੇਰਾ ਸਰਬ ਪ੍ਰਤਪਾਲੈ। ਮੇਰਾ ਸਤਿਗੁਰੂ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਹਨ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਇੰਨਾ ਪੋਜ਼ਿਟਿਵ ਹੈ ਗੁਰੂ ਦਾ ਉਪਦੇਸ਼, ਇੰਨੀ ਤਾਕਤ ਹੈ ਗੁਰੂ ਦੀ ਉਪਦੇਸ਼ ਦੇ ਵਿੱਚ, ਸਿਧਾਂਤ ਦੇ ਵਿੱਚ। ਪਰ ਕਮੀ ਪਤਾ ਕਿੱਥੇ ਰਹਿ ਜਾਂਦੀ ਹੈ? ਸਾਡੇ ਹਿਰਦੇ ਦਾ ਦਰਵਾਜ਼ਾ ਜੋ ਹੈ ਅਸੀਂ ਖੋਲਦੇ ਨਹੀਂ ਹਾਂ, ਬੰਦ ਕਰਕੇ ਰੱਖਿਆ ਹੋਇਆ ਹੈ। ਗੁਰੂ ਤੇ ਸਾਡੇ ਹਿਰਦੇ ਰੂਪੀ ਘਰ ਦੇ ਉੱਤੇ ਹਰ ਰੋਜ਼ ਦਸਤਕ ਦਿੰਦੇ ਹਨ, ਪਰ ਅਸੀਂ ਆਪਣੀ ਮੱਤ ਦਾ ਐਡਾ ਵੱਡਾ ਤਾਲਾ ਉਹਦੇ ਤੇ ਮਾਰਿਆ ਹੋਇਆ ਹੈ ਵੀ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਅਸੀਂ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਵੇਸ਼ ਹੀ ਨਹੀਂ ਕਰਨ ਦਿੰਦੇ। ਸ਼ੰਕੇ ਖੜੇ ਕਰ ਲੈਂਦੇ ਹਾਂ, ਤਰਕ ਖੜੇ ਕਰ ਲੈਂਦੇ ਹਾਂ। ਕਿਉਂ ਤੇ ਕਿਵੇਂ ਦੇ ਸ਼ਬਦ ਜਾਲ ਦੇ ਵਿੱਚ ਸਾਡਾ ਜੀਵਨ ਫਸਿਆ ਹੋਇਆ ਹੈ। ਕਦੀ ਸਤਿਗੁਰ ਦੇ ਉੱਤੇ ਸਮਰਪਣ ਕਰਕੇ ਦੇਖੀਏ,
ਗੁਰੂ ਦੇ ਸ਼ਬਦ ਦੇ ਉੱਤੇ ਅਕੀਦਾ ਰੱਖ ਕੇ ਦੇਖੀਏ। ਦੇਖੋ ਥੋੜੇ ਸਮੇਂ ਦੇ ਵਾਸਤੇ ਇਸ ਸ਼ਬਦ ਦੇ ਉੱਤੇ ਭਰੋਸਾ ਕਰਕੇ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਨਾਨਕ ਚਿੰਤਾ ਮਤ ਕਰਹੁ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ, ਤਿਨਾ ਭਰੋਜੀ ਦੇ। ਵਿਸ਼ਵਾਸ ਕਰਕੇ ਦੇਖੀਏ, ਛੱਡ ਦਈਏ ਗੁਰੂ ਦੇ ਉੱਤੇ, ਕਰਮ ਕਰਦੇ ਰਹੀਏ, ਪਰ ਕਰਮ ਦੇ ਨਾਲ ਨਾਲ ਗੁਰੂ ਦੇ ਉੱਤੇ ਅਕੀਦਾ ਰੱਖੀਏ। ਕਿਉਂਕਿ ਕਰਮ ਤੇ ਦੇਖੋ ਸਾਰੀ ਦੁਨੀਆ ਕਰਦੀ ਹੈ। ਇੱਕੋ ਜਿਹਾ ਮਜ਼ਦੂਰ ਮਜ਼ਦੂਰੀ ਕਰਦਾ ਹੈ। ਸ਼ਹਿਰ ਦੇ ਵਿੱਚ ਇੱਕੋ ਜਿਹੀਆਂ 2 ਦੁਕਾਨਾਂ ਹੁੰਦੀਆਂ ਹਨ, ਪਰ ਦੋਹਾਂ ਦੁਕਾਨਾਂ ਦੀ ਆਮਦਨ ਵੱਖੋ ਵੱਖ ਹੈ। ਅੱਜ ਇੱਕ ਹੋੜ ਲੱਗੀ ਹੋਈ ਹੈ ਨਾ ਅੱਗੇ ਵਧਣ ਦੀ, ਦੂਸਰੇ ਨੂੰ ਲਤਾੜ ਕੇ, ਦੂਸਰੇ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਕਰਨ ਦੀ। ਅੱਜ ਮਨੁੱਖ ਦੇ ਅੰਦਰ ਇਹ ਦੌੜ ਹੈ, ਪਰ ਇਹ ਦੌੜ ਮਨੁੱਖ ਨੂੰ ਉਹਦੀ ਮੰਜ਼ਿਲ ਤੋਂ ਭਟਕਾ ਦਿੰਦੀ ਹੈ। ਗੁਰੂ ਦੇ ਉੱਤੇ ਅਕੀਦਾ ਰੱਖੀਏ, ਗੁਰੂ ਦੀ ਬਾਣੀ ਦੇ ਉੱਤੇ ਅਕੀਦਾ ਰੱਖੀਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਸਰਬ ਪ੍ਰਤਪਾਲੇ। ਸਤਿਗੁਰੂ ਪਰਮੇਸ਼ਰ ਸਾਰਿਆਂ ਦੀ ਪ੍ਰਤਪਾਲਨਾ ਆਪ ਕਰਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਪ੍ਰਤਪਾਲ ਮਾਤਾ ਉਦਰ ਰੱਖੈ, ਲਗਨ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰੱਖੈ, ਬੁੱਝ ਬੁੱਧ ਵਿਵੇਕ। ਜੋ ਛਲ ਕਰਕੇ, ਜੋ ਧੋਖਾ ਕਰਕੇ, ਜੋ ਠੱਗੀ ਕਰਕੇ, ਝੂਠ ਬੋਲ ਕੇ ਅੱਗੇ ਵਧਣਾ ਹੈ, ਇਹ ਝੂਠਾ ਹੈ, ਇਹ ਤਕਲੀਫ ਦੇ ਹੈ, ਦੁਖਦਾਇਕ ਹੈ। ਪਰ ਜੋ ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਅਕੀਦਾ ਰੱਖ ਕੇ ਗੁਰੂ ਦੇ ਉਪਦੇਸ਼ ਦੇ ਨਾਲ ਅੱਗੇ ਵਧਣਾ ਹੈ, ਉਹ ਸੁਖ ਰੂਪ ਹੈ, ਉਹਦੇ ਵਿੱਚ ਸੰਤੋਖ ਹੈ, ਉਹਦੇ ਵਿੱਚ ਸ਼ਾਂਤੀ ਹੈ, ਟਿਕਾ ਹੈ, ਆਨੰਦ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰੂ ਸਾਰਿਆਂ ਦੀ ਪ੍ਰਤਪਾਲਨਾ ਆਪ ਕਰ ਰਹੇ ਹਨ। ਸਤਿਗੁਰ ਮੇਰਾ ਮਾਰ ਜੀਵਾਲੈ। ਸਤਿਗੁਰੂ ਮੇਰਾ ਮੋਇਆ ਹੋਇਆਂ ਨੂੰ ਜੀਵਾਲਣ ਦੇ ਵਿੱਚ ਸਮਰੱਥ ਹੈ। ਜਿਨ੍ਹਾਂ ਦੇ ਪ੍ਰਾਣ ਚਲੇ ਜਾਣ, ਸਤਿਗੁਰੂ ਉਹਨਾਂ ਨੂੰ ਪ੍ਰਾਣਾਂ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਪ੍ਰਾਣ ਬਖਸ਼ਿਸ਼ ਕਰ ਦਿੰਦੇ ਹਨ। ਤੇ ਜਿਹੜੇ ਆਤਮਿਕ ਤਲ ਤੇ, ਆਤਮਿਕ ਤੌਰ ਤੇ ਮਰੇ ਹੋਏ ਮਨੁੱਖ ਹਨ, ਜੀਵ ਹਨ, ਸਤਿਗੁਰੂ ਉਹਨਾਂ ਨੂੰ ਵੀ ਸੁਰਜੀਤ ਕਰ ਦਿੰਦੇ ਹਨ। ਜਿਵੇਂ ਸੱਜਣ ਨੂੰ ਸੁਰਜੀਤ ਕਰ ਦਿੱਤਾ, ਉਹ ਆਤਮਿਕ ਤਲ ਤੇ ਡੈਡ ਹੋ ਚੁੱਕਾ ਸੀ, ਮਰ ਚੁੱਕਾ ਸੀ। ਆਤਮਿਕ ਤਲ ਤੇ ਜਿਵੇਂ ਵਲੀ ਕੰਧਾਰੀ ਨੂੰ ਸਤਿਗੁਰਾਂ ਨੇ ਸੁਰਜੀਤ ਕਰ ਦਿੱਤਾ, ਜੀਵਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਜਿਵੇਂ ਕੋਡੇ ਨੂੰ ਸਤਿਗੁਰਾਂ ਨੇ ਜੀਵਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਦਿੱਲੀ ਦੇ ਵਿੱਚ ਸਤਿਗੁਰਾਂ ਨੇ ਮਰੇ ਹੋਏ ਹਾਥੀ ਨੂੰ ਜਿਵਾ ਦਿੱਤਾ। ਕੀਰਤਪੁਰ ਸਾਹਿਬ ਵਿਖੇ ਸਤਿਗੁਰਾਂ ਨੇ ਮਰੀ ਹੋਈ ਗਊ ਨੂੰ ਜੀਵਨ ਦਾਨ ਦਿੱਤਾ। ਹੋਰ ਵੀ ਬੇਅੰਤ ਉਦਾਹਰਨ ਹਨ। ਸਤਿਗੁਰੂ ਪਾਤਸ਼ਾਹ, ਸਤਿਗੁਰ ਮੇਰਾ ਮਾਰ ਜੀਵਾਲੈ। ਜੀਵਨ, ਸੰਸਾਰਕ ਜੀਵਨ ਦੇ ਤੌਰ ਤੇ ਵੀ ਸਤਿਗੁਰੂ ਜੀਵਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਤੇ ਆਤਮਿਕ ਤਲ ਤੇ ਵੀ ਜੀਵਨ ਬਖਸ਼ਿਸ਼ ਕਰਨ ਵਾਲੇ ਹਨ। ਸਤਿਗੁਰ ਮੇਰੇ ਕੀ ਵਡਿਆਈ। ਇਹ ਮੇਰੇ ਸਤਿਗੁਰ ਦੀ ਵਡਿਆਈ ਹੈ, ਸੋਭਾ ਹੈ। ਇਹ ਮੇਰੇ ਸਤਿਗੁਰ ਦੇ ਗੁਣ ਹਨ, ਇਹ ਮੇਰੇ ਸਤਿਗੁਰ ਦੀ ਸੋਭਾ ਹੈ। ਪ੍ਰਗਟ ਭਈ ਹੈ ਸਭਨੀ ਥਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਸੋਭਾ, ਵਡਿਆਈ ਅੱਜ ਜਗਤ ਦੇ ਅੰਦਰ ਪ੍ਰਗਟ ਹੋ ਰਹੀ ਹੈ, ਸੰਸਾਰ ਦੇ ਅੰਦਰ ਪ੍ਰਗਟ ਹੋ ਰਹੀ ਹੈ। ਜਿਸ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ, ਸਿਧਾਂਤ ਨੂੰ ਪੜ੍ਹਿਆ ਹੈ, ਵਿਚਾਰਿਆ ਹੈ, ਤੇ ਉਹਦੇ ਮੁਖੋਂ ਫਿਰ ਇੱਕੋ ਹੀ ਸ਼ਬਦ ਨਿਕਲਦਾ ਹੈ, ਵਾਹਿਗੁਰੂ 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 ਵਾਹਿਗੁਰੂ। ਇਹੀ ਵਿਸਮਾਦ ਹੈ, ਇਹੀ ਉਹ ਆਨੰਦ ਹੈ। ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਹਾਂ, ਜਦੋਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਜਦੋਂ ਅਸੀਂ ਪੜ੍ਹਦੇ ਹਾਂ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਤੇ ਮਨ ਵਿਸਮਾਦ ਵਿੱਚ ਚਲਾ ਜਾਂਦਾ ਹੈ, ਮਨ ਵਿਸਮਾਦ ਵਿੱਚ ਚਲਾ ਜਾਂਦਾ ਹੈ। ਕਿਉਂਕਿ ਅੱਜ ਵਿਗਿਆਨ ਦਾ ਯੁੱਗ ਹੈ। ਜਦੋਂ ਅਸੀਂ ਵਿਗਿਆਨ ਨੂੰ ਗੁਰਮਤਿ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ,
ਤੇ ਵਿਗਿਆਨ ਨੂੰ ਅਸੀਂ ਦੇਖਦੇ ਹਾਂ ਵੀ ਉਹ ਅਸਮਰਥ ਹੈ। ਤੁਸੀਂ ਕਦੇ ਡਿਸਕਵਰੀ ਸਾਇੰਸ ਜਾਂ ਡਿਸਕਵਰੀ ਚੈਨਲ ਲਗਾ ਕੇ ਥੋੜਾ ਸਮਾਂ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਿਗਿਆਨ ਇੱਕ ਬੰਧਨ ਦੇ ਵਿੱਚ ਹੈ, ਇੱਕ ਦਾਇਰੇ ਦੇ ਵਿੱਚ ਹੈ, ਉਹਦੀ ਇੱਕ ਬਾਉਂਡੇਸ਼ਨ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੀ, ਉਪਦੇਸ਼ ਦੀ, ਗਿਆਨ ਦੀ ਕੋਈ ਬਾਉਂਡੇਸ਼ਨ ਹੈ ਹੀ ਨਹੀਂ, ਅਸੀਮ ਹੈ। ਉਹ ਅਸੀਮ ਦੂਰ ਦ੍ਰਿਸ਼ਟੀ, ਉਹ ਅਸੀਮ ਗਿਆਨ ਆਪ ਪਰਮੇਸ਼ਰ ਦੇ ਦੁਆਰਾ ਸਤਿਗੁਰੂ ਨੂੰ ਬਖਸ਼ਿਸ਼ ਹੋਇਆ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਮੈਂ ਤੇ ਆਪੇ ਹੀ ਮਰ ਜਾਂਦੀ ਹੈ ਜਦੋਂ ਹੁਕਮ ਸਮਝ ਵਿੱਚ ਆ ਗਿਆ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋਰੀ ਚਲਤ ਨਾ ਅੰਤ। ਦੇਖੋ ਜਰਾ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਤੇ ਨਿਗਾਹ ਮਾਰੀਏ ਜਰਾ ਇਸ ਸ੍ਰਿਸ਼ਟੀ ਦੇ ਵਿੱਚ ਕਿਵੇਂ ਗੇਂਦ ਦੇ ਵਾਂਗ ਇਹ ਸਾਰੇ ਦੇ ਸਾਰੇ ਲਟਕ ਰਹੇ ਹਨ, ਘੁੰਮ ਰਹੇ ਹਨ। ਇੱਕ ਇੰਚ ਵੀ ਆਪਣੇ ਰਸਤੇ ਤੋਂ ਇੱਧਰ ਉੱਧਰ ਨਹੀਂ ਹੋ ਸਕਦੇ, ਕਿਉਂਕਿ ਹੁਕਮ ਦੀ ਸੱਤਾ ਦੇ ਵਿੱਚ ਹਨ, ਰਜ਼ਾ ਦੇ ਵਿੱਚ ਹਨ। ਪਾਣੀ, ਦਰਿਆ, ਪਹਾੜ, ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਹੁਕਮ ਵਿੱਚ ਹੈ। ਉਸ ਹੁਕਮ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਾਚਿਆ, ਦੇਖਿਆ ਤੇ ਸਾਡੇ ਤੱਕ ਪਹੁੰਚਾਇਆ ਹੈ। ਸਿੱਧਾ ਨੇ ਪੁੱਛਿਆ ਸੀ ਹੁਕਮ ਕਿੱਡਾ ਕੁ ਵੱਡਾ ਹੈ। ਪਾਤਸ਼ਾਹ ਕਹਿਣ ਲੱਗੇ ਹੁਕਮ ਨਾ ਕਹਿਆ ਜਾਈ, ਚਾਹੇ ਜਿੰਨਾ ਵੀ ਕਹਿ ਲਈਏ ਉਹ ਕਹਿਣ ਤੋਂ ਪਰੇ ਹੈ। ਸੋ ਇਹ ਗੁਰੂ ਦੀ ਵਡਿਆਈ ਹੈ ਜੋ ਸਾਰਿਆਂ ਥਾਵਾਂ ਤੇ ਪ੍ਰਗਟ ਹੋ ਰਹੀ ਹੈ। ਸਤਿਗੁਰ ਮੇਰਾ ਤਾਣ ਨਿਤਾਣ, ਮੇਰਾ ਸਤਿਗੁਰ ਨਿਤਾਣਿਆਂ ਦਾ ਤਾਣ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਹੜੇ ਹਿਰਦੇ ਕਰਕੇ ਨੀਵੇਂ ਹਨ, ਨਿਮਰਤਾ ਦੇ ਵਿੱਚ ਹਨ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਤ ਕਰਕੇ ਸਵੀਕਾਰ ਕੀਤਾ ਹੈ, ਗੁਰੂ ਨਾਨਕ ਸਾਹਿਬ ਉਹਨਾਂ ਦਾ ਸੰਗ ਕਰਦੇ ਹਨ, ਉਹਨਾਂ ਦਾ ਪੱਖ ਲੈਂਦੇ ਹਨ। ਜਿਹੜੇ ਹਿਰਦੇ ਕਰਕੇ ਹੰਕਾਰ ਕਰਕੇ ਉੱਚੇ ਹਨ, ਇਹਦੇ ਵਿੱਚ ਝੁੱਗੀ ਤੇ ਮਹਿਲ ਦਾ ਕੋਈ ਸੰਬੰਧ ਨਹੀਂ ਹੈ, ਇਹ ਵੀ ਧਿਆਨ ਵਿੱਚ ਰੱਖਿਓ। ਬਾਹਰੀ ਪਦਾਰਥਾਂ ਦਾ ਇਹਦੇ ਵਿੱਚ ਕੋਈ ਸੰਬੰਧ ਨਹੀਂ ਹੈ। ਕਿਸੇ ਕੋਲ ਦਮੜਾ ਹੈ, ਕਿਸੇ ਕੋਲ ਕਰੋੜਾਂ ਹਨ, ਇਹ ਭਾਗਾਂ ਦਾ ਵਿਸ਼ਾ ਹੈ, ਇਹ ਬਖਸ਼ਿਸ਼ ਦਾ ਵਿਸ਼ਾ ਨਹੀਂ ਹੈ। ਬਖਸ਼ਿਸ਼ ਹਿਰਦੇ ਦਾ ਵਿਸ਼ਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਸਾਨੂੰ ਅੰਦਰੋਂ ਦੇਖਦਾ ਹੈ। ਝੁੱਗੀ ਵਿੱਚ ਬੈਠਾ ਹੋਇਆ ਵੀ ਹੰਕਾਰੀ ਹੋ ਸਕਦਾ ਹੈ, ਮਹਿਲ ਵਿੱਚ ਬੈਠਾ ਹੋਇਆ ਵੀ ਨਿਮਰਤਾ ਦਾ ਪੁੰਜ ਹੋ ਸਕਦਾ ਹੈ। ਹਿਰਦੇ ਦਾ ਵਿਸ਼ਾ ਹੈ। ਇਸ ਕਰਕੇ ਦਮੜੀ ਦਾ ਹੋਣਾ ਜਾਂ ਕਰੋੜਾਂ ਦਾ ਹੋਣਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਇਹਦਾ ਕੋਈ ਵਖਰੇਵਾ ਨਹੀਂ ਹੈ। ਹਿਰਦੇ ਵਿੱਚ ਕਿਹੜਾ ਭਾਵ ਹੈ, ਕਿਹੜੀ ਭਾਵਨਾ ਹੈ, ਸਤਿਗੁਰੂ ਉਹ ਦੇਖਦੇ ਹਨ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਮੇਰਾ ਤਾਣ ਨਿਤਾਣ, ਨਿਤਾਣਿਆਂ ਦਾ ਤਾਣ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਵੱਡੇ ਵੱਡੇ ਹੰਕਾਰੀ ਸੰਸਾਰ ਵਿੱਚ ਗਲ ਗਏ, ਇੱਥੇ ਨੀਵਿਆਂ ਨੂੰ ਭਾਗ ਲੱਗਦਾ ਹੈ। ਇੱਥੇ ਨੀਵੇਂ ਨਿਵਾਜੇ ਜਾਂਦੇ ਹਨ। ਜੋ ਨਿਮਰਤਾ ਦੇ ਵਿੱਚ, ਹਲੀਮੀ ਦੇ ਵਿੱਚ ਨੀਵੇਂ ਹੋ ਕੇ ਆਉਂਦੇ ਹਨ, ਪ੍ਰੇਮ ਦੇ ਨਾਲ ਭਰੇ ਹੋਏ ਹਿਰਦੇ ਗੁਰੂ ਨਾਨਕ ਦੇ ਦਰ ਤੋਂ ਭਰੇ ਜਾਂਦੇ ਹਨ, ਨਿਵਾਜੇ ਜਾਂਦੇ ਹਨ, ਬਖਸ਼ੇ ਜਾਂਦੇ ਹਨ। ਸੋ ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ। ਘਰ ਦੀ ਬਾਣ, ਇਹ ਦੋ ਸ਼ਬਦ ਹਨ। ਘਰ ਦਾ ਅਰਥ ਹੁੰਦਾ ਹੈ ਰਹਿਣ ਵਾਲਾ ਘਰ, ਹੋਮ। ਦੀਵਾਨ ਦਾ ਅਰਥ ਹੁੰਦਾ ਹੈ ਦਰਬਾਰ। ਇੱਥੇ ਸਤਿਗੁਰਾਂ ਨੇ ਇਹ ਦੋ ਸ਼ਬਦ ਵਰਤੇ ਹਨ। ਘਰ ਦਾ ਅਰਥ ਹੁੰਦਾ ਹੈ ਆਸਰਾ। ਜਦੋਂ ਜ਼ਿਹਨ ਦੇ ਵਿੱਚ ਘਰ ਸ਼ਬਦ ਆਉਂਦਾ ਹੈ ਤੇ ਨਾਲ ਨਾਲ ਆਸਰਾ ਧਿਆਨ ਵਿੱਚ ਆ ਜਾਂਦਾ ਹੈ। ਬੰਦਾ ਆਪਣੇ ਘਰ ਨੂੰ ਜਾਂਦਾ ਹੈ ਕਿਉਂਕਿ ਉੱਥੇ ਉਹ ਆਸਰਾ ਉਹਨੂੰ ਮਿਲਦਾ ਹੈ। ਸੋ ਸਤਿਗੁਰ ਮੇਰਾ ਸਾਡਾ ਆਸਰਾ ਹੈ। ਦੀਵਾਨ ਤੋਂ ਅਰਥ ਹੈ ਦਰਬਾਰ, ਰਾਜੇ ਦਾ ਦਰਬਾਰ
ਤੇ ਦਰਬਾਰ ਤੋਂ ਭਾਵ ਹੈ ਪ੍ਰੋਟੈਕਸ਼ਨ, ਸੇਫਟੀ। ਜਿੱਥੇ ਸਾਡੇ ਅਧਿਕਾਰਾਂ ਦਾ, ਜਿੱਥੇ ਸਾਡੇ ਜੀਵਨ ਨੂੰ, ਜਿੱਥੇ ਸਾਡੇ ਅਸੂਲਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੋਵੇ, ਉਹ ਹੈ ਦੀਵਾਨ, ਸੱਚਾ ਦੀਵਾਨ, ਸੱਚਾ ਹੁਕਮ, ਸੱਚਾ ਫੁਰਮਾਨ। ਆਪ ਸੱਚ ਕੀਆ ਸਭ ਸਤ, ਆਪ ਸਤ ਕੀਆ ਸਭ ਸਤ। ਸੋ ਸਤਿਗੁਰੂ ਆਪ ਵੀ ਸੱਚੇ ਹਨ, ਉਹਨਾਂ ਦਾ ਦੀਵਾਨ ਵੀ ਸੱਚਾ ਹੈ। ਇਸ ਕਰਕੇ ਸਤਿਗੁਰ ਦਾ ਆਸਰਾ ਵੀ ਸੱਚਾ ਹੈ ਤੇ ਸਤਿਗੁਰ ਦੀ ਪ੍ਰੋਟੈਕਸ਼ਨ ਵੀ ਸੱਚੀ ਹੈ, ਕਦੇ ਜਾਏਗੀ ਨਹੀਂ। ਸਤਿਗੁਰ ਕਹਿ ਸਦ ਬਲ ਜਾਇਆ, ਮੈਂ ਆਪਣੇ ਸਤਿਗੁਰਾਂ ਤੋਂ ਸਦਾ ਹੀ ਬਲਿਹਾਰ ਜਾਈਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਮੈਂ ਆਪਣੇ ਸਤਿਗੁਰ ਤੋਂ ਸਦਾ ਬਲਿਹਾਰ ਜਾਂਦਾ ਹਾਂ। ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ੍ਹਾਂ ਨੇ ਗੁਰਮਤਿ ਦਾ ਮਾਰਗ ਸੰਸਾਰ ਵਿੱਚ ਪ੍ਰਗਟ ਕਰਕੇ ਸਾਨੂੰ ਵਿਖਾ ਦਿੱਤਾ ਹੈ, ਸਿੱਖੀ ਦਾ ਮਾਰਗ ਪ੍ਰਗਟ ਕਰਕੇ ਸਾਨੂੰ ਵਿਖਾ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਹੈ, ਸਿਮਰਿਆ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਜੋ ਹੈ ਉਹ ਵਿਆਪਦਾ ਨਹੀਂ ਹੈ। ਨਿਰਭਉ ਜਪੇ ਸਗਲ ਭਉ ਮਿਟੇ, ਸਾਰੇ ਭਉ ਮਿਟ ਗਏ। ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਹੈ ਉਹ ਸੰਸਾਰਿਕ ਦੁੱਖਾਂ ਤੋਂ, ਮਾਨਸਿਕ ਸੰਤਾਪਾਂ ਤੋਂ, ਆਦਿ ਵਿਆਧੀ ਉਪਾਧੀ ਤਿੰਨੇ ਤਾਪਾਂ ਤੋਂ ਪਰੇ ਹੋ ਗਏ। ਨਾਨਕ ਸੋਧੇ ਸਿਮਰਤ ਬੇਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਾਰੇ ਹੀ ਧਾਰਮਿਕ ਗ੍ਰੰਥ ਪੁਸਤਕਾਂ 27 ਸਿਮਰਤੀਆਂ 4 ਵੇਦ 6 ਸ਼ਾਸਤਰ ਸੋਧ ਕਰਕੇ ਘੋਖ ਕਰਕੇ ਦੇਖੇ ਹਨ। ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਤੇ ਪਰਮੇਸ਼ਰ ਇੱਕ ਮੂਰਤ ਹਨ। ਸੋ ਸਤਿਗੁਰੂ ਬਖਸ਼ਿਸ਼ ਕਰਨ, ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਸਾਡਾ ਇਹ ਜੀਵਨ ਸਫਲ ਹੋ ਸਕੇ।